ਦੁਨੀਆ ਤੋਂ ਜੇ ਰਹਿਣ ਵੱਖਰੇ, ਦੁਨੀਆ ਤੋਂ ਰਹਿਣ ਵੱਖਰੇ। ਦੁਨੀਆ ਤੋਂ ਜੀ ਰਹਿਣ ਵੱਖਰੇ, ਦੁਨੀਆ ਤੋਂ ਜੀ ਰਹਿਣ ਵੱਖਰੇ। ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਜੀ, ਚਾਲ ਨਿਰਾਲੀ। ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਰਾਲੀ। ਦੁਨੀਆ ਤੋਂ ਰਹਿਣ ਵੱਖਰੇ। ਉਹ ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ। ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ। ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ। ਉਹ ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ। ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ। ਜਿੱਥੇ ਵਾਸਾ ਜੀ ਸਾਧੂਆਂ ਦਾ, ਜਿੱਥੇ ਵਾਸਾ ਜੀ ਸਾਧੂਆਂ ਦਾ। ਉਹ ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ। ਨਗਰ ਵੈਕੁੰਠ ਬਣ ਜਾਵੇ, ਜਿੱਥੇ ਵਾਸਾ ਸਾਧੂਆਂ ਦਾ।
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੀ ਹੋਈ ਸਾਧ ਸੰਗਤ ਜੀ ਜਾਂ ਆ ਰਹੀ ਸਾਧ ਸੰਗਤ, ਜਿੱਥੇ ਤੱਕ ਵੀ ਆਵਾਜ਼ ਆਉਂਦੀ ਹੈ, ਆਪ ਜੀ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਬਹੁਤ ਹੀ ਵੱਡੇ ਭਾਗ ਨੇ ਆਪਣੇ ਨਗਰ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਤੋਂ ਲੈ ਕੇ ਤੇ ਬੇਅੰਤ ਗੁਰਪੁਰਬ ਮਨਾ ਰਹੇ ਹਾਂ। ਜੋ ਵੀ ਇਸ ਮਹੀਨਿਆਂ ਦੇ ਵਿੱਚ ਆਪਾਂ ਨੂੰ ਗੁਰਪੁਰਬ ਆ ਰਹੇ ਨੇ, ਉਹ ਸਾਰੇ ਹੀ ਗੁਰਪੁਰਬ ਆਪਾਂ ਬੜੇ ਪ੍ਰੇਮ ਸਹਿਤ ਮਨਾ ਰਹੇ ਹਾਂ। ਤੇ ਅੱਜ ਆਪਣਾ ਬੜਾ ਹੀ ਸੁਭਾਗਾ ਦਿਨ ਹੈ ਤੇ ਸਾਡੇ ਕੋਲੇ ਗੁਰਮੁਖ ਪਿਆਰੇ ਬਾਬਾ ਜੀ, ਬਾਬਾ ਸੁਖਦੇਵ ਸਿੰਘ ਜੀ, ਜੋ ਜਿਨ੍ਹਾਂ ਨੇ ਉਸ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਦੀ ਸੰਗਤ ਵਿੱਚ ਰਹਿ ਕੇ ਜਿਹੜੇ ਵੀ ਮਹਾਂਪੁਰਖਾਂ ਦੇ ਨਾਲ ਮਰਦੰਗ ਦੀ ਸੇਵਾ ਵੀ ਕਰਦੇ ਰਹੇ ਤੇ ਮਹਾਰਾਜ ਜੀ ਨੇ ਬੜੀਆਂ ਇਹਨਾਂ ਨੂੰ ਖੁਸ਼ੀਆਂ ਦਿੱਤੀਆਂ। ਅੰਤਮ ਸਮੇਂ ਦੇ ਅਨੁਸਾਰ ਜਿਹੜੇ ਵੀ 2 ਸਾਲ 3 ਸਾਲ ਇਹਨਾਂ ਨੇ ਮਹਾਂਪੁਰਖ ਆਏ ਤੇ ਬੜੀ ਬਖਸ਼ਿਸ਼ ਉਹ ਵਕੀਰਾਂ ਦੇ ਮਸੀਹਾ ਵਕੀਰ ਧੰਨ ਧੰਨ ਬਾਬਾ ਵੀਰਮਦਾਸ ਮਹਾਰਾਜ ਜੀ, ਧੰਨ ਧੰਨ ਬਾਬਾ ਪੂਰਨ ਦਾਸ ਜੀ ਰੋੜੇਵਾਲ ਸਾਹਿਬ ਵਾਲੇ, ਉਹਨਾਂ ਤੋਂ ਬਖਸ਼ਿਸ਼ਾਂ ਲੈ ਕੇ ਸੰਤ ਖਾਲਸਾ ਦਲ ਦੇ ਬਾਨੀ 111 ਸ੍ਰੀਮਾਨ ਸੰਤ ਮਹਾਰਾਜ ਜੀ ਸੋੜਾ ਸਾਹਿਬ ਵਾਲਿਆਂ ਵੱਲੋਂ ਇਹਨਾਂ ਦੇ ਨਾਦਰ ਹੋਈ ਤੇ ਅੱਜ ਆਪ ਜਪਦੇ ਨੇ ਤੇ ਸੰਗਤਾਂ ਨੂੰ ਜਪਾਉਣ ਦੀ ਸਮਰੱਥਾ ਰੱਖ ਰਹੇ ਨੇ। ਤੇ ਅੱਜ ਕੱਲ ਸੰਤ ਮਹਾਰਾਜ ਜੀ ਦੀ ਫੁੱਲਵਾੜੀ ਦੇ ਟਹਿਕ ਰਹੇ ਫੁੱਲਾਂ ਦੇ ਵਿੱਚੋਂ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਮਿਆਂ ਵਾਲੇ, ਜਿਹੜੇ ਕਿ ਸੰਤ ਆਦਰ ਸਿੰਘ ਮਹਾਰਾਜ ਜੀ ਦੀ ਸੰਪਰਦਾ ਦੇ ਇੱਕ ਫੁੱਲ ਹਨ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਪਿਛੋਕੜ ਮਹਿਰਣਾ ਕਲਾ ਸੀ ਅਹਿਮਦਗੜ੍ਹ ਦੇ ਨੇੜੇ, ਜਿਹੜੇ ਕਿ ਸੰਤ ਬਾਬਾ ਆਦਰ ਸਿੰਘ ਜੀਆਂ ਦੇ ਜੰਗੀ ਜਥੇ ਵਿੱਚ ਸੇਵਾ ਕਰਦੇ ਹੁੰਦੇ ਤੇ ਉਹ ਜਦੋਂ ਅੰਤਮ ਪੜਾਅ ਦੇ ਨੇੜੇ ਗਏ ਤਾਂ ਆਪਣੇ ਸਾਰੇ ਸਥੇ ਨੂੰ, ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੂੰ, ਪਿਆਰੀ ਸੰਗਤ ਨੂੰ ਕਹਿਣ ਲੱਗੇ ਵੀ ਭਾਈ ਕਿ ਹੁਣ ਸੰਤ ਮਹਾਰਾਜ ਜੀ ਦੀ ਜੋਤ ਆਉਣ ਦਾ ਸਮਾਂ ਨੇੜੇ ਆ ਗਿਆ। ਬਾਬਾ ਜੀ ਨੂੰ ਪੁੱਛਣ ਲੱਗੇ ਮਹਾਰਾਜ ਕਦੋਂ ਕੁ ਸਮਾਂ ਆਉਣਾ ਹੈ? ਤੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਜਦੋਂ ਸਾਡੀ ਪਹਿਲੀ ਵਰਸੀ ਹੋਵੇਗੀ ਤੇ ਉਹ ਸਾਡੀ ਪਹਿਲੀ ਵਰਸੀ ਤੇ ਦੀਵਾਨ ਲਾਉਣਗੇ। ਉਦੋਂ ਫਿਰ ਸਿਉੜੇ ਵਾਲੇ ਮਹਾਂਪੁਰਖਾਂ ਨੇ ਉੱਥੇ ਦੀਵਾਨ ਲਾਇਆ ਤੇ ਉਹ ਇਲਾਕੇ ਦੇ ਵਿੱਚ ਅੱਜ ਸੰਤ ਮਹਾਰਾਜ ਜੀ ਨੂੰ ਉਹੀ ਪਰਮ ਜੋਤ ਜਾਣਿਆ ਜਾਂਦਾ ਹੈ, ਜਿਸ ਜੋਤ ਦੇ ਕੋਲੇ ਬਾਬਾ ਸੁਖਦੇਵ ਸਿੰਘ ਜੀ, ਜਿਹੜੇ ਕਿ ਜਥੇਦਾਰ ਵਜੋਂ ਹੀ ਜਾਣੇ ਜਾਂਦੇ ਹਨ, ਸੰਤ ਮਹਾਰਾਜ ਜੀ ਦੇ ਨਾਲ ਅਖੀਰਲੇ ਪੜਾਵਾਂ ਦੇ ਵਿੱਚ ਮੈਂ ਕਾਫੀ ਸੰਗਤ ਕਰਦਾ ਰਿਹਾ। ਦਾਸ ਕਿ ਕੁਝ ਸਮਾਂ ਪਹਿਲਾਂ ਮਹਾਂਪੁਰਖਾਂ ਦੇ ਨਾਲ ਸਮਾਂ ਬਿਤਾਉਂਦੇ ਰਹੇ ਤੇ ਫਿਰ ਬਹੁਤ ਹੀ ਸਿੰਘ ਆ ਕੇ ਮਹਾਰਾਜ ਦੇ ਨਾਲ ਸਿੱਖ ਕੇ ਗੁਰਬਾਣੀ ਪੜ੍ਹ ਕੇ ਕੀਰਤਨ ਦੀਆਂ ਦਾਤਾਂ ਲੈ ਕੇ ਬੜੇ ਹੀ ਬਹੁਤ ਗਿਣਤੀ ਵਿੱਚ, ਕੋਈ ਆਪਾਂ ਗਿਣਤੀ ਨਹੀਂ ਕਰ ਸਕਦੇ। ਸੰਤ ਖਾਲਸਾ ਦਲ ਮਹਾਂਪੁਰਖੇ ਕਹਿੰਦੇ ਹੁੰਦੇ ਕਿ ਚੱਲਦੀ ਫਿਰਦੀ ਯੂਨੀਵਰਸਿਟੀ ਹੈ, ਜਿਹਦੇ ਵਿੱਚ ਪਾਠ ਦੀ ਸੰਥਿਆ, ਕਥਾ ਦੀ ਸੰਥਿਆ, ਕੀਰਤਨ ਦੀ ਸੰਥਿਆ, ਕਿਉਂਕਿ ਬੜੇ ਹੀ ਗੁਰੂ ਪਿਆਰੇ ਕੀਰਤਨੀਏ ਬਣ ਕੇ, ਚੰਦਨ ਦੀ ਥਾਂ ਚੰਦਨ ਬਣ ਕੇ ਆਪਣਾ ਜੀਵਨ ਜਿਨ੍ਹਾਂ ਨੇ ਸਫਲ ਕੀਤਾ ਹੈ। ਤੇ ਆਓ ਸੰਤ ਬਾਬਾ
ਬਾਬਾ ਸੁਖਦੇਵ ਸਿੰਘ ਜੀ ਈਸ਼ੜੂ ਵਾਲੇ ਮਹਾਂਪੁਰਖ ਇੱਥੇ ਪਹੁੰਚੇ ਹਨ, ਉਹਨਾਂ ਨੂੰ ਜੀਓ ਆਇਆ। ਧੰਨਵਾਦ ਕਰਦੇ ਹਾਂ ਸਾਰੇ ਜਥੇ ਦਾ। ਤੇ ਹੁਣ ਬੇਨਤੀ ਕਰਦੇ ਹਾਂ ਕਿ ਆਪ ਆਸਣ ਤੇ ਸੱਜ ਕਰਕੇ ਸੰਗਤਾਂ ਨੂੰ ਕੀਰਤਨ ਨਾਲ ਜੋੜ ਕੇ ਨਿਹਾਲ ਕਰੋ। ਤੇ ਬਾਕੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਹਿੰਮਤ ਦੇ ਨਾਲ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ, ਕਿਉਂਕਿ ਅੱਜ ਆਪਣੇ ਸਮੇਂ ਤੋਂ ਪਹਿਲਾਂ ਮਹਾਂਪੁਰਖ ਆਪਣੇ ਕੋਲੇ ਪਹੁੰਚੇ ਨੇ। ਬਹੁਤ ਵੱਡੀ ਗੱਲ ਹੈ, ਕਿਉਂਕਿ ਟਕਸਾਲ ਵਿੱਚ ਰਹੇ ਹੋਏ ਦੀ ਇਹ ਨਿਸ਼ਾਨੀ ਹੈ। ਜਿਹੜੇ ਮੇਰੇ ਵਰਗੇ ਬੇਟਕਸਾਲੇ ਨੇ ਉਹਨਾਂ ਨੂੰ ਗੇਟ ਵੱਲ ਦੇਖ ਕੇ ਡਿੱਕਣਾ ਪੈਂਦਾ ਵੀ ਹੁਣ ਆਏ ਹੁਣ ਆਏ, ਪਰ ਜਿਹੜੇ ਕਿਸੇ ਮਹਾਂਪੁਰਖ ਦੇ ਗੜਬੇ ਥੱਲੋਂ ਦੀ ਲੰਘੇ ਹੋਣ ਉਹਨਾਂ ਨੂੰ ਪਤਾ ਹੁੰਦਾ। ਸਾਨੂੰ ਪਤਾ ਵੀ ਸੰਤ ਮਹਾਰਾਜ ਜੀ ਸਿਉੜੇ ਵਾਲਿਆਂ ਦੇ ਗੜਬੇ ਵਿੱਚ ਕੀ ਤਾਕਤ ਸੀ, ਉਹਨਾਂ ਦੀਆਂ ਕੈਸੀਆਂ ਮਾਰਾਂ ਸੀ, ਪਰ ਉਹਨਾਂ ਦੀਆਂ ਮਾਰਾਂ ਨੇ ਖੀਰ ਬਣਾਏ ਪਏ ਨੇ ਗੁਰਮੁਖੋ। ਸਾਧੂ ਗੁਰਸਿੱਖ ਅੱਜ ਬਹੁਤ ਬਹੁਤ ਬਾਣੀ ਦੇ ਧਨੀ ਬਣੇ ਹੋਏ ਹਨ। ਸਾਰੀ ਹੀ ਉਹਨਾਂ ਮਹਾਂਪੁਰਖਾਂ ਦੀ ਮਸ਼ੱਕਤ ਮਿਹਨਤ ਹੈ। ਆਓ ਮਹਾਂਪੁਰਖਾਂ ਨੂੰ ਬੇਨਤੀ ਕਰੀਏ ਕਿ ਉਹ ਸਤਿਗੁਰਾਂ ਦੀ ਗੁਰਬਾਣੀ ਨਾਲ ਜੋੜ ਕੇ ਹਰ ਜਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੂ ਕੋਈ। माटी का क्या तोपे स्वामी, इसकी गत एही। हाँ आया दूरों चल के, मैं तकी तो शिरनाई जियो। आशा रखी चित में, मैं आशा रखी चित में। मेरा सब दुख गवाई जियो। तू ले मना, ले मना लुट ले। लुट ले मना, लुट ले मना, लुट लुट ले मना, लुट लुट ले मना, लुट। तेरे नाम दी हर के नाम हो, कबीर लूटना है तो लूट ले। राम नाम है लूट, फिर पाशे पछताओगे। जब प्राण जाएंगे छूट, लुट ले मना जे लुटी जावे। लुट पैगी राम नाम दी आजा, लुट ले मना आजा। लुट ले मना जे लुटी जावे। लुट पैगी राम नाम दी। लुट पैगी जी संग ते राम नाम दी। ओ लुट पैगी जी राम नाम दी।
ਉਹ ਲੁੱਟ ਪੈ ਗਈ ਓ ਰਾਮ ਨਾਮ ਦੀ, ਲੁੱਟ ਪੈ ਗਈ ਜੀ ਰਾਮ ਨਾਮ ਦੀ। फिर पाशे पछताओगे जब प्राण जाएंगे छूट, सर्व संगत माई भाइयों। जितने सतसंगी पुरुष दूरों नेड़ियों चल के गुरचरना विच हाजरी लगवा रहे, आया ही लाहा लैण वास्ते है, इहदा होर कोई काम ही नहीं। पर जन्म तो ਇਹਦੇ ਤੇ ਮਾਇਆ ਪੈ ਗਈ। ਮਾਇਆ ਬੜੀ ਪ੍ਰਬਲ ਹੈ ਪਰਮੇਸ਼ਰ ਦੀ। ਜਨਮ ਹੋ ਗਿਆ, ਲਿਵ ਲੱਗੀ ਸੀ, ਉਹ ਲਿਵ ਟੁੱਟ ਗਈ। जैसी अगन उदर माहे तैसी बाहर माया, माया अगन सब एको जेही करते खेल रचाया। जा तिस भाना तां जमिया परिवार भला पाया, लिव छुटकी लगी तृष्णा माया अमर बरताया। दो रोग लग गए, एक तां लिव टुट गई। लिव टुटण दे नाल साध संगत प्राणी नूं तृष्णा लग गई, तृष्णा दा रोग उत्पन्न हो गया। ਇਹ ਹੁਣ ਜਿਹੜਾ ਤ੍ਰਿਸ਼ਨਾ ਦਾ ਰੋਗ ਹੈ, ਭੁੱਖ ਜੀ ਦਾ ਨਾਮ ਹੈ, ਇਹ ਮਿਟਦੀ ਨਹੀਂ। ਸੰਸਾਰ ਦੇ ਲੋਕ ਸਮੇਂ ਦੀ ਚਾਲ ਦੇ ਨਾਲ ਬਦਲਦੇ ਜਾਂਦੇ ਨੇ। ਜਿਵੇਂ ਜਿਵੇਂ ਲੋੜਾਂ ਵੱਧ ਰਹੀਆਂ ਨੇ, ਭੁੱਖਾਂ ਵੱਧ ਰਹੀਆਂ ਨੇ, ਇਨਸਾਨ ਗੁਰੂ ਤੋਂ ਦੂਰ ਹੁੰਦਾ ਜਾ ਰਿਹਾ, ਨੇੜੇ ਨਹੀਂ। ਫਿਰ ਨੇੜੇ ਕੌਣ ਹੈ? ਨੇੜੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੀ ਨਾਨਕਾ ਪੂਰਨ ਸੋਈ ਸੰਤ। ਬਹੁ ਵਚਨ ਆ ਗਿਆ ਹੁਣ ਇੱਥੇ, ਜਿਨ੍ਹਾਂ ਜਿਨ੍ਹਾਂ ਤਾਂ ਸਾਰੇ ਕਹਿ ਦਿੱਤਾ ਮਹਾਰਾਜ ਨੇ, ਪਰ ਸਾਰਿਆਂ ਦੇ ਵਿੱਚੋਂ ਜਿਹਨੇ ਗੁਰੂ ਦਾ ਮੰਤਰ ਦ੍ਰਿੜ ਕਰ ਲਿਆ, ਸਾਸ ਗਿਰਾਸ ਸਿਮਰਨ ਕਰ ਲਿਆ, ਰੋਮ ਰੋਮ ਧਿਆ ਲਿਆ, ਰੰਚਕ ਮਾਤਰ ਵੀ ਜਿਹਦੇ ਵਿੱਚ ਫਿਰ ਭੇਦ ਨਹੀਂ। ਰੱਬ ਔਰ ਸਾਧੂ ਦੇ ਵਿੱਚ ਕੈਸੇ, ਜੈਸੇ ਸੰਤ ਮਹਾਰਾਜ 20ਵੀਂ ਸਦੀ ਕੇ ਅਵਤਾਰ ਸੰਤ ਬਾਬਾ ਅਤਰ ਸਿੰਘ ਜੀ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ, ਐਸੇ ਮਹਾਤਮਾ ਦੀ ਬਾਬਤ ਵਚਨ ਹੈ। ਸਾਧ ਸੰਗਤ ਜੀ, ਕੀ ਕੋਈ ਭੇਦ ਹੈ? ਕਿਤਨੀਆਂ ਰੂਹਾਂ, ਕਿਤਨੇ ਨਗਰ ਅੱਜ ਤਾਰੇ ਗਏ। ਕਿਹੜਾ ਭੇਦ ਮਹਾਂਪੁਰਸ਼ਾਂ ਨੇ ਸਮਝਾਇਆ? ਐ ਜੀਵ ਲਾਹਾ ਲੈ ਲਾ, ਤੇਰੀ ਤ੍ਰਿਸ਼ਨਾ ਮਿਟ ਜਾਵੇਗੀ, ਪਰਮੇਸ਼ਰ ਦਾ ਨਾਮ ਜਪ ਲੈ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰ, ਤਿਨ ਹਰ ਨਾਮ ਦਿਰੜਾਵੇ ਰਾਮ ਰਾਜੇ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਧਿਆਵੈ। ਉਹ ਭੁੱਖ ਮਿਟਾਉਣ ਵਾਸਤੇ ਪਾਵਨ ਮਹਾਂਪੁਰਖਾਂ ਦੇ ਸਥਾਨ ਤੇ ਆਪਾਂ ਚੱਲ ਕੇ ਆਏ ਹਾਂ। ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਉਹ ਭੁੱਖ ਸਾਧ ਸੰਗਤ ਮਿਟ ਜਾਂਦੀ ਹੈ। ਨਹੀਂ, ਭੁੱਖ ਮਿਟਣੀ ਨਹੀਂ, ਆਸ਼ਾ ਤ੍ਰਿਸ਼ਨਾ ਮਿਟਣੀ ਨਹੀਂ। ਅੰਤਸ਼ ਕਰਨ ਇਤਨਾ ਗੰਦਲਾ ਹੋ ਗਿਆ, ਮਲ ਵਿਖੇਪ ਅਵਰਨ, ਪਤਾ ਨਹੀਂ ਕਿੰਨੇ ਕੁ ਦੋਸ਼ ਲੱਗ ਗਏ ਇਸ ਨੂੰ। ਇਹ ਇਨਸਾਨ ਜਾਗਦਾ ਨਹੀਂ। ਗੁਰੂ ਜੀ ਜਗਾਉਂਦੇ ਨੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਾਹਾਂ ਗਾਫਲ ਸੋਇਆ। ਇਹੋ ਜੀ ਕਿਹੜੀ ਮਾਇਆ ਦੀ ਨੀਂਦ ਹੈ ਜਿੱਥੇ ਸੌਂ ਗਿਆ, ਤੈਨੂੰ ਜਾਗ ਨਹੀਂ ਆ ਰਹੀ, ਸੋਝੀ ਨਹੀਂ ਆ ਰਹੀ। ਸਾਧ ਸੰਗਤ ਭਰਮ ਬੜੇ ਪਏ ਨੇ। ਤਾਂ ਤੇ ਇਉਂ ਕਰਕੇ ਮਹਾਂਪੁਰਖਾਂ ਦੇ ਅਸਥਾਨਾਂ ਤੇ ਜਾਂ ਇਹਨਾਂ ਸਮਾਗਮਾਂ ਦੇ ਵਿੱਚ ਜਦੋਂ ਸ਼ਿਰਕਤ ਕਰਦੇ ਆ, ਗੁਰਚਰਨਾਂ ਵਿੱਚ ਆਉਨੇ ਆ, ਧਿਆਨ ਲਗਾਉਨੇ ਆ, ਕਾਹਦੇ ਵਾਸਤੇ? ਕਿ ਸਾਡੇ ਤੇ ਸਤਿਗੁਰਾਂ ਦੀ ਕਿਰਪਾ ਹੋ ਜਾਵੇ, ਸਤ ਸੰਗਤ ਮਿਲ ਗਿਆ। ਸੰਗਤ ਤਾਂ ਬਚਪਨ ਤੋਂ ਹੀ ਮਿਲ ਗਈ, ਭਾਵੇਂ ਮਾਤਾ ਪਿਤਾ ਦੀ ਸੰਗਤ ਹੈ, ਬਚਪਨ ਦੇ ਸਾਥੀਆਂ ਦੀ ਸੰਗਤ ਹੈ, ਯੁਵਾ ਅਵਸਥਾ ਹੈ, ਸੰਗਤ ਮਿਲ ਜਾਂਦੀ ਹੈ। ਬੁਢੇਪੇ ਵਿੱਚ ਵੀ ਸੰਗਤ ਹੈ। ਬੁਢੇਪੇ ਦੀ ਸੰਗਤ ਥੋੜੀ ਇਕਾਂਤ ਵਾਸੇ ਹੋ ਜਾਂਦੀ ਹੈ, ਇਕੱਲਾ ਹੀ ਰਹਿ ਜਾਂਦਾ, ਕੋਈ ਨੇੜੇ ਨਹੀਂ ਜਾਂਦਾ। ਸੋ ਸਾਧ ਸੰਗਤ ਜੀ, ਇਨਸਾਨ ਸੰਗਤ ਤਾਂ ਕਰਦਾ ਰਹਿੰਦਾ, ਜੇ ਇਹਨੂੰ ਪੂਰੇ ਗੁਰੂ ਦੀ ਸੰਗਤ ਮਿਲ ਜਾਵੇ। ਇੱਥੇ ਪਹੁੰਚੇ ਹੋ ਸਾਰੇ ਮਹਾਰਾਜ ਜੀ ਬਾਣੀ ਫਰਮਾਨ
ਇੱਕ ਲੰਗਰ ਭੰਡਾਰਾ ਗਾਦਕ ਕਰਦੇ ਹੋ ਫਲ ਮਿਲਦਾ ਹੈ, ਕਿਸੇ ਭੁੱਖੇ ਨੂੰ ਪਰ ਬਾਣੀ ਸੁਣਨ ਦੇ ਨਾਲ, ਸਤਸੰਗ ਸੁਣਨ ਦੇ ਨਾਲ, ਕੀਰਤਨ ਆਉਣ ਦੇ ਨਾਲ, ਜੇਬਾਂ ਨਾਲ ਬੋਲਣ ਦੇ ਨਾਲ ਕੀ ਕਈ ਕੋਟਿਕ ਜਗ ਭਲਾ ਕਈ ਸੁਣ ਗਾਵਣ ਹਾਰੀ, ਸੁਣ ਗਾਵਣ ਹਾਰੀ ਜੀ। ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੀ RAM। ਸਾਧ ਸੰਗਤ ਜਿਹੜੇ ਪਹੁੰਚ ਗਏ ਸੰਗਤ ਦੇ ਵਿੱਚ, ਜਿਨ੍ਹਾਂ ਨੇ ਐਸੇ ਇਹ ਜਪ ਤਪ ਸਮਾਗਮਾਂ ਦਾ ਲਾਹਾ ਲੈ ਲਿਆ, ਉਹਨਾਂ ਨੂੰ ਤਾਂ ਕਰੋੜਾਂ ਲੱਖਾਂ ਅਰਬਾਂ ਖਰਬਾਂ ਜੱਗਾਂ ਦਾ ਫਲ ਮਿਲ ਜਾਇਆ ਕਰਦਾ ਹੈ। ਬੋਲੋ ਸਤਨਾਮ। ਸੋ ਵਿਚਾਰ ਤੇ ਆਈਏ। ਬੁਲਾਰੇ ਦਾ ਸੰਤ ਮਹਾਰਾਜ ਦੱਸਿਆ ਕਰਦੇ, ਦੇਸ਼ ਕਾਲ ਔਰ ਵਸਤੂ ਤਿੰਨਾਂ ਨੂੰ ਮੁੱਖ ਰੱਖ ਕੇ ਬੋਲਣਾ। ਗੁਰੂ ਪੀਰਾਂ ਦੇ ਗੁਰਪੁਰਬ, ਉਹਨਾਂ ਦੀਆਂ ਯਾਦਾਂ ਜੋ ਇਹ ਸਮਾਗਮ ਬੀਤੇ ਦਿਨੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਦਿਹਾੜਾ ਲੰਘਿਆ। ਸਾਧ ਸੰਗਤ ਜੀ, ਭੱਲੇ ਅਮਰਦਾਸ ਗੁਣ ਦੀ ਉਪਮਾ ਤੋਹੇ ਬਣਿਆ ਵੈ। ਕੀ ਉਪਮਾ ਕਰੀ ਜਾਈਏ ਮਹਾਰਾਜ ਦੀ, ਉਹਦਾ ਜਗ ਵੀ ਨਹੀਂ ਲਿਖਿਆ ਜਾ ਸਕਦਾ, ਉਪਮਾ ਵੀ ਨਹੀਂ ਕਰੀ ਜਾ ਸਕਦਾ ਹੈ। ਇਥੋਂ ਜੇ ਚੰਗੇ ਪੁਰਸ਼ਾਂ ਦੀ ਸੰਗਤ ਕਰਾਂਗੇ ਅਸੀਂ ਚੰਗੇ ਬਣ ਜਾਵਾਂਗੇ। ਕੋਈ ਚੰਗਾ ਦੀ ਸੰਗਤ ਕਰੇਗਾ, ਉਹਦੇ ਮਨ ਵਿੱਚ ਬਦੀ ਆ ਜਾਣੀ ਹੈ ਕਿ ਚੱਲ ਮੈਂ ਚੋਰੀ ਕਰਾ, ਕੋਈ ਦੇਖਦਾ ਥੋੜੀ ਚੱਲ ਪਾਪ ਕਮਾ ਲੈ, ਪਾਪ ਕਮਾ ਲੇਗਾ ਬਹੁ ਪ੍ਰਪੰਚ ਕਰ, ਪਰ ਧਨ ਲਿਆਵੈ ਸੁਤਦਾਰਾ ਪੈ ਆਣ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਚੈ, ਅੰਤ ਨਵੇਰਾ ਤੇਰੇ ਕੋਈ ਨਹੀਂ ਤੇਰੇ ਹਿਰਦੈ ਰਾਮ ਕਿਉਂ ਨਾ ਜਪੈ। ਹੈ ਕੋਈ ਸੁੱਖਾਂ ਦੇ ਸੰਗੀ ਕੋਈ ਸੰਗੀ ਨਹੀਂ। ਸੰਸਾਰ ਸੁੱਖਾਂ ਦੇ ਵਿੱਚ ਅੜ ਜਾਵੇ, ਦੇ ਵਿੱਚ ਆ ਜਾਵੇ, ਸਾਰੇ ਭੈਣ ਭਰਾ ਰਿਸ਼ਤੇਦਾਰ ਸੱਜਣ ਇਕੱਠੇ ਹੋ ਜਾਣਗੇ, ਪਰ ਜਦੋਂ ਦੁੱਖ ਆਵੇ ਫਿਰ ਕਿਸੇ ਨੇ ਨੇੜੇ ਨਹੀਂ ਲੱਗਣਾ। ਦੁੱਖਾਂ ਵੇਲੇ ਕੋਈ ਨੇੜੇ ਨਹੀਂ ਆਉਂਦਾ। ਤਾਂ ਇਉਂ ਕਰਕੇ ਸਾਧ ਸੰਗਤ ਜੀ, ਗੁਰੂ ਪੀਰ ਦੀ ਹੀ ਸੰਗਤ ਕਰਨੀ ਚਾਹੀਦੀ ਹੈ। ਜਿਨ੍ਹਾਂ ਨੇ ਮਾੜਿਆਂ ਦੀ ਸੰਗਤ ਕਰਨੀ, ਉਹਨਾਂ ਦੇ ਵਿੱਚ ਔਗਣੇ ਆਏ ਨੇ, ਗੁਣ ਨਹੀਂ ਆਏ। ਬੜੇ ਉਲਾਂਭੇ ਮਿਲ ਜਾਂਦੇ ਨੇ, ਗਿਣੇ ਨਹੀਂ ਜਾਂਦੇ, ਇਤਨੇ ਇਤਨੇ ਉਲਾਂਭੇ ਮਿਲਦੇ ਨੇ। ਦਿਨ ਪਰ ਰਾਤ ਫਿਕਰ ਚਿੰਤਾ, ਬੜੇ ਰੋਗ ਲੱਗੇ ਨੇ, ਸ਼ਾਂਤੀ ਨਹੀਂ ਉੱਥੇ। ਸੋ ਸਾਧ ਸੰਗਤ ਇਉਂ ਕਰਕੇ ਠੱਗ ਦੀ ਸੰਗਤ ਠੱਗ ਬਣਾ ਦੇਵੇਗੀ, ਚੋਰ ਦੀ ਸੰਗਤ ਚੋਰ ਬਣਾ ਦੇਵੇਗੀ। ਕੋਈ ਬੁੱਧੀ ਜੀਵ ਹੈ, ਵਿਦਿਆ ਵਿਚਾਰੀ ਹੈ, ਤਾਂ ਉਹਨੂੰ ਸਾਧ ਸੰਗਤ ਪੜ੍ਹਿਆ ਲਿਖਿਆ ਮਨੁੱਖ ਸੰਸਾਰ ਵਿੱਚ ਉਹਦਾ ਆਦਰ ਮਾਨ ਹੋਵੇਗਾ।
ਕੋਈ ਮੰਤਰ ਵਿਦਿਆ ਜਾਣਦਾ ਹੈ, ਉਹਦਾ ਉਸ ਤਰ੍ਹਾਂ ਦਾ ਸਤਿਕਾਰ ਹੈ। ਕੋਈ ਜੰਤਰ ਵਿਦਿਆ ਜਾਣਦਾ ਹੈ, ਉਹਦਾ ਉਸ ਤਰ੍ਹਾਂ ਦਾ ਸਤਿਕਾਰ ਹੈ। ਕੋਈ ਤੰਤਰ ਵਿਦਿਆ ਜਾਣੇ, ਉਹਦਾ ਵੀ ਉਸ ਤਰ੍ਹਾਂ ਦਾ ਸਤਿਕਾਰ ਹੋਵੇਗਾ। ਉਹਦੇ ਚ ਗੁਣ ਆਉਣੇ ਸ਼ੁਰੂ ਹੋ ਜਾਣੇ ਆ। ਪਰ ਜੇ ਕਿਸੇ ਸਾਧੂ ਦੀ ਜਾਂ ਗੁਰੂ ਦੀ ਸੰਗਤ ਕਰ ਲਈ ਨਾ, ਫਿਰ ਆਮ ਇਨਸਾਨ ਤੋਂ ਦੇਵਤਾ ਬਣ ਜਾਏਗਾ। ਦੇਵਤਾ ਬਲਿਹਾਰੀ ਗੁਰੀ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਹੜਾ ਮਾਨਸਾਂ ਤੋਂ ਦੇਵਤੇ ਬਣਾਵੇ, ਜਾਈਏ ਬਲਿਹਾਰੇ ਗੁਰਾਂ ਤੋਂ। ਉਹ ਜਿਹੜਾ ਮਾਨਸਾਂ ਤੋਂ ਦੇਵਤੇ ਬਣਾਵੇ, ਜਾਈਏ ਬਲਿਹਾਰ ਗੁਰਾਂ ਤੋਂ। ਜਿਹੜਾ ਮਾਨਸਾਂ ਤੋਂ ਦੇਵਤੇ ਬਣਾਵੇ ਜੀ, ਜਾਈਏ ਬਲਿਹਾਰ ਗੁਰਾਂ ਤੋਂ। ਉਹ ਜਿਹੜਾ ਮਾਨਸਾਂ ਤੋਂ ਦੇਵਤੇ ਬਣਾਵੇ, ਦੇਵਤੇ ਬਣਾਵੇ, ਜਾਈਏ ਬਲਿਹਾਰ ਗੁਰਾਂ ਤੋਂ। ਮਾਨਸਾਂ ਤੋਂ ਦੇਵਤੇ ਬਣਾਵੇ ਜੀ, ਦੇਵਤੇ ਬਣਾਵੇ, ਜਾਈਏ ਬਲਿਹਾਰ ਗੁਰਾਂ ਤੋਂ। ਪਿਆਰੇ ਜੀ ਜਾਮਾ ਬਲਿਹਾਰ ਗੁਰਾਂ ਤੋਂ, ਮੇਰੇ ਪਿਆਰੇ ਜਾਈਏ ਬਲਿਹਾਰੇ ਰੱਬ ਤੋਂ। ਉਹ ਜਿਹੜਾ ਮਾਨਸਾਂ ਤੋਂ ਦੇਵਤੇ ਬਣਾਵੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਗੁਰੂ ਜੀ ਦੇ ਵਿੱਚ ਇਹ ਸਮਰੱਥਾ ਹੈ। ਇਉਂ ਕਰਕੇ ਸਾਧ ਸੰਗਤ ਇੱਕ ਪ੍ਰੇਮੀ ਹੋਇਆ, ਇੱਕ ਲੌਤਾ ਹੀ ਪੁੱਤਰ ਹੈ,
ਕੋਈ ਭੈਣ ਨਹੀਂ, ਕੋਈ ਭਰਾ ਨਹੀਂ। ਮਾਪਿਆਂ ਦੇ ਪਾਸ ਕਿਸੇ ਵਸਤੂ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ। ਬੜੇ ਮਹਾਰਾਜ ਨੇ ਰੰਗ ਭਾਗ ਲਾਏ ਹੋਏ ਐ। ਮਾਇਆ ਬੜੀ ਹੈ, ਨੌਕਰ ਵੀ ਹਨ। ਫਿਕਰ ਅੱਧ ਤੋਂ ਵੱਧ ਤਾਂ ਸਾਧ ਸੰਗਤ ਗਰੀਬੀ ਦੀ ਹੁੰਦੀ ਹੈ ਕਿ ਕੱਲ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਭਵਿੱਖ ਵਿੱਚ ਕਰਨਾ ਕੀ ਹੈ। ਗਰੀਬੀ ਦਾ ਰੋਗ ਵੀ ਬਹੁਤ ਔਖਾ ਹੈ। ਜਿਹੜੇ ਕੱਟ ਜਾਣ ਉਹ ਫਿਰ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਆ। ਤੇ ਜਿਨ੍ਹਾਂ ਨੂੰ ਕਦਰ ਨਹੀਂ, ਜਿਨ੍ਹਾਂ ਨੂੰ ਮਾਇਆ ਦੀ ਕਦਰ ਨਹੀਂ, ਨਾ ਸਾਧ ਸੰਗਤ ਗਰੀਬੀ ਤੋਂ ਅਮੀਰੀ ਹੋਣ ਦੀ ਕਦਰ ਨਹੀਂ, ਗੁਰੂ ਦੇ ਬਚਨਾਂ ਦੀ ਕਦਰ ਨਹੀਂ, ਉਹ ਫਿਰ ਕੈਸੇ ਸਿਮਲ ਰੁੱਖ ਦੀ ਨਿਆਈ ਚਾ ਜਾਂਦੇ ਆ। ਅੱਜ ਕੈਸਾ ਸਮਾਂ ਬਣਿਆ। ਲੜਕਾ ਹੈ, ਯੁਵਾ ਅਵਸਥਾ ਦੇ ਵਿੱਚ, ਬਚਪਨ ਦੀ ਅਵਸਥਾ ਨਿਕਲ ਗਈ ਉਹਦੀ। ਹੁਣ ਯੁਵਾ ਅਵਸਥਾ ਵਿੱਚ ਸ਼ੁਰੂ ਹੁੰਦਾ ਹੈ, ਜਵਾਨੀ ਚੜ ਰਹੀ ਹੈ। ਸਾਧ ਸੰਗਤ ਜੀ ਸੰਗਤ ਪ੍ਰਾਪਤ ਹੋ ਗਈ ਉਹਨੂੰ। ਸੰਗਤ ਕਿਹਨਾਂ ਦੀ ਪ੍ਰਾਪਤ ਹੋਈ? ਆਪਦੇ ਸੰਗੀਆਂ ਦੀ। ਸੰਗੀ ਕਿਹੜੇ ਕਰਮ ਕਰਦੇ ਹਨ? ਕਿ ਉਹ ਨਾਮ ਜਪਦੇ ਨੇ, ਕਿ ਬਾਣੀ ਪੜ੍ਹਦੇ ਨੇ, ਕਿ ਸੇਵਾ ਕਰਦੇ ਨੇ, ਕਿਸੇ ਮਹਾਤਮਾ ਦੀ ਸੰਗਤ ਕਰਦੇ ਨੇ? ਨਹੀਂ, ਇਹਨਾਂ ਵਿੱਚੋਂ ਨਹੀਂ। ਕਰ ਕੀ ਰਹੇ ਨੇ? ਔਗਣਹਾਰ ਨੇ। ਸੰਗਤ ਮਿਲ ਗਈ। ਜੇ ਸੰਗਤ ਮਿਲ ਜਾਵੇ, ਸਾਧ ਸੰਗਤ ਉਹ ਨਹੀਂ ਦੇਖਦੀ ਕੇਲੇ ਦੇ ਪੱਤੇ ਕਿੰਨੇ ਸੁੰਦਰ ਨੇ, ਬੇਰੀ ਦੇ ਤਿੱਖੇ ਕੰਡੇ ਤਾਂ ਚੀਰ ਕੇ ਰੱਖ ਦਿੰਦੇ ਐ। ਇਹ ਤਾਂ ਹੁਣ ਸੰਗਤ ਦਾ ਰੰਗ ਹੈ। ਸਫੈਦ ਪਾਣੀ ਆਪਾਂ ਦੇਖਦੇ ਹਾਂ, ਸਫੈਦ ਕੱਪੜਾ ਹੈ। ਜੇ ਉਹ ਸ਼ੁੱਧ ਕੱਪੜਾ ਹੈ, ਉਹਦੇ ਉੱਪਰ ਜਿਹੜਾ ਮਰਜ਼ੀ ਰੰਗ ਚੜਾ ਦਿਓ, ਚੜ ਜਾਊਗਾ। ਪਾਣੀ ਵਿੱਚ ਰੰਗ ਘੋਲ ਦਿਓ, ਉਹ ਰੰਗ ਪਕੜ ਲਵੇਗਾ, ਰੰਗ ਚੜ ਜਾਵੇਗਾ। ਜਿੰਨਾ ਚਿਰ ਹਿਰਦਾ ਸਾਡਾ ਸ਼ੁੱਧ ਹੈ, ਅੰਤਸ਼ਕਰਨ ਸਾਡਾ ਸੁੱਧ ਹੈ, ਬੱਚੇ ਹਾਂ, ਬਾਲਕ ਅਵਸਥਾ ਹੈ, ਉਤਨੀ ਦੇਰ ਵਿੱਚ ਅਗਰ ਰੰਗ ਲੱਗ ਗਿਆ, ਉਹ ਰੰਗ ਉਤਰਨਾ ਨਹੀਂ ਜੇ ਲੱਗ ਗਿਆ। ਪਰ ਜੇ ਹੋਰ ਕਿਤੇ ਦੀ ਸੰਗਤ ਮਿਲ ਗਈ, ਫਿਰ ਸਾਧ ਸੰਗਤ ਉਹ ਜਿਹਾ ਰੰਗ ਚੜਨਾ ਸ਼ੁਰੂ ਹੋ ਜਾਣਾ। ਜਿਹੜਾ ਇਹ ਨੌਜਵਾਨ ਇਹਦਾ ਨਾਮ ਹੈ ਕਿਸੇ ਨੂੰ ਉੱਚੀ ਨਹੀਂ ਬੋਲਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ। ਇਹ ਚੰਗੇ ਗੁਣ ਨੇ। ਇਹ ਪ੍ਰੇਮ ਵਿੱਚ ਹੈਗੇ ਆ ਤੇ ਉਹਦੀ ਸ਼ੋਭਾ ਹੋਵੇ। ਜੇ ਚੰਗੇ ਗੁਣ ਹੋਣਗੇ ਨਾ, ਸ਼ੋਭਾ ਹੋਵੇ। ਜੇ ਚੰਗੇ ਗੁਣ ਨਹੀਂ ਤਾਂ ਲਾਂਭੇ ਮਿਲਣੇ। ਲਾਂਭਿਆਂ ਤੋਂ ਮੁਕਤ ਨਹੀਂ ਹੋ ਸਕਦਾ। ਕਿਸੇ ਵੀ ਸਮੇਂ ਕਿਹੋ ਜਿਹਾ ਲਾਂਭਾ ਮਿਲੇਗਾ ਜਿਹੜਾ ਕਰਕੇ ਆਵੇਗਾ। ਪਰ ਸਮੇਂ ਨੇ ਦੇਖੋ ਅੱਜ ਕਿਤਨੀ ਕਰਵਟ ਬਦਲੀ ਹੈ। ਵੱਡਿਆਂ ਦਾ ਸਤਿਕਾਰ ਨੌਜਵਾਨ ਭੁੱਲ ਗਿਆ ਹੈ। ਮਾਤਾ ਪਿਤਾ ਦਾ ਸਤਿਕਾਰ ਭੁੱਲ ਗਿਆ ਹੈ। ਸੰਸਾਰ ਵਿੱਚ ਕਿਵੇਂ ਵਿਚਰਨਾ ਹੈ ਭੁੱਲ ਗਿਆ ਹੈ। ਯਾਦ ਕੀ ਹੈ ਕਿ ਬਸ ਮੈਂ ਹੀ ਹਾਂ, ਦੂਜਾ ਹੈ ਹੀ ਕੋਈ ਨਹੀਂ। ਇਹੀ ਬਸ ਗਿਣਦਾ ਫਿਰੀ ਜਾਂਦਾ, ਮੇਰੇ ਜਿਹਾ ਕੋਈ ਵੀ ਨਹੀਂ। ਦੂਸਰਿਆਂ ਦੀ ਨਿੰਦਿਆ ਕਰੇਗਾ, ਚੁਗਲੀ ਕਰੇਗਾ, ਆਪਣੇ ਆਪ ਨੂੰ ਉੱਤਮ ਜਨਾਏਗਾ। ਪਰ ਸਾਧ ਸੰਗਤ ਉੱਤਮ ਤਦ ਹੋਵੇਗਾ ਜਦ ਕਰਮ ਉੱਤਮ ਹੋਣਗੇ। ਜੇ ਕਰਮ ਨੀਚਲੇ ਨੇ ਤਾਂ ਫਿਰ ਬਗਲੇ ਦੀ ਨਿਆਈਆਂ। ਬਗਲਾ ਦੇਖਣ ਨੂੰ ਤਾਂ ਹੰਸ ਹੈ, ਪਰ ਖਾਣੀਆਂ ਤਾਂ ਡੱਡੀਆਂ ਨੇ। ਉਹਨੇ ਮੋਤੀ ਹੀਰੇ ਤਾਂ ਨਹੀਂ ਨਾ ਖਾਣੇ। ਦੇਖਣ ਨੂੰ ਸਤ ਸੰਗੀ ਬਣ ਜਾਵੇਗਾ, ਹੱਥ ਜੋੜ ਲਵੇਗਾ, ਆਓ ਭਗਤ ਕਰ ਲਵੇਗਾ। ਪਰ ਸਾਧ ਸੰਗਤ ਜੀ, ਜੇ ਅੰਦਰ ਹਲੇ ਉਹ ਕਿਨਕਾ ਨਹੀਂ ਵਸਿਆ, ਅੰਦਰ ਪਿਆਰ ਨਹੀਂ ਤਾਂ ਬਗਲੇ ਦੀ ਨਿਆਈ ਹੈ। ਜੇ ਅੰਦਰ ਸ਼ਰਧਾ ਹੋਏ, ਵਿਸ਼ਵਾਸ ਹੈ, ਫਿਰ ਸਾਧ ਸੰਗਤ ਰੱਬ ਵੀ ਅੰਦਰ ਹੈ, ਕਿਤੇ ਬਾਹਰ ਵੀ ਨਹੀਂ ਲੱਭਣਾ। ਚੰਗੇ ਗੁਣਾਂ ਦੀ ਮੈਂ ਬਚਨ ਕਰਾਂ। ਚੰਗੇ ਗੁਣ ਲੈਣੇ। ਅੱਜ ਕੌਣ ਗੁਣ ਗ੍ਰਹਿਣ ਕਰੇਗਾ? ਅੱਜ ਸੰਤ ਮੰਡਲੀਆਂ ਹਨ, ਨਾਥ ਨੇ, ਸਿੱਧ ਹਨ। ਉਦਾਸੀਨ ਸੰਪਰਦਾ ਵਿੱਚ ਦੇਖ ਲਓ, ਨਿਰਮਲਿਆਂ ਦੇ ਵਿੱਚ ਦੇਖ ਲਓ, ਸਾਡੀ ਸਨਾਤਨ ਮਤ ਵਿੱਚ ਚਲੇ ਜਾਈਏ। ਅੱਜ ਦਾ ਜਿਹੜਾ ਸਮਾਂ, ਇਤਨਾ ਸਮੇਂ ਨੇ ਕਰਵਟ ਲਈ ਹੈ, ਕੋਈ ਸ਼ਿਸ਼ ਬਣ ਕੇ ਤਿਆਰ ਨਹੀਂ, ਕੋਈ ਭਜਨ ਕਰਨ ਨੂੰ ਤਿਆਰ ਨਹੀਂ, ਕੋਈ ਨਿਤਨੇਮ ਕਰਨ ਨੂੰ ਤਿਆਰ ਨਹੀਂ। ਸਾਧ ਸੰਗਤ ਕੇਵਲ
की रह गया है? पेख दिखाए जगत को, लोकन को बस कीन। आ कितना उपराला महापुरखा ने किया है। ਇਹ ਕਾਦੇ ਵਾਸਤੇ? ਆਪਣੇ ਵਾਸਤੇ। ਇਹਨਾਂ ਨੇ ਤਾਂ ਵੱਡਿਆਂ ਤੋਂ ਹੀ ਬੜਾ ਲਾਹਾ ਲੈ ਲਿਆ। ਇਹ ਤਾਂ ਆਪ ਸੰਗਤਾਂ ਦੇ ਵਾਸਤੇ, ਇਹ ਸੰਤ ਮੰਡਲੀ ਦੇ ਵਾਸਤੇ ਇਹ ਉਪਰਾਲਾ ਕੀਤਾ ਹੈ ਕਿ ਕਿਸੇ ਦੇ ਹਿਰਦੇ 'ਚ ਕਿਣਕਾ ਵਸ ਜਾਵੇ ਤਾਂ ਨਦਰੀ ਨਦਰ ਬੋਲੋ ਸਤਨਾਮ। ਵੱਡਿਆਂ ਦਾ ਸਤਕਾਰ ਨਹੀਂ ਰਿਹਾ, ਮਹਾਤਮਾ ਸੰਤਾਂ ਪੁਰਸ਼ਾਂ ਦਾ ਸਤਕਾਰ ਨਹੀਂ ਰਿਹਾ, ਪੜ੍ਹੇ ਲਿਖਿਆਂ ਦਾ ਸਤਕਾਰ ਨਹੀਂ, ਮਾਤਾ ਪਿਤਾ ਦਾ ਸਤਕਾਰ ਨਹੀਂ। ਇਹ ਔਗਣੇ ਆ ਗਏ। ਹੁਣ ਉਹ ਜਿਹੜਾ ਪ੍ਰੇਮਾ ਹੈ ਉਹਨੂੰ ਸੰਗਤ ਮਿਲ ਗਈ ਔਗਣਹਾਰਿਆਂ ਦੀ। ਔਗਣਹਾਰੇ ਕੀ ਕਰਦੇ ਨੇ? ਉਹ ਨਸ਼ਾ ਵੀ ਕਰਦੇ ਨੇ, ਉਹ ਜੂਆ ਵੀ ਖੇਡਦੇ ਨੇ, ਉਹ ਯਾਸ਼ੀਆਂ ਵੀ ਕਰਦੇ ਨੇ। ਉੱਥੇ ਸ਼ਾਂਤੀ ਥੋੜੀ ਹੈ ਕਿਤੇ। ਹੌਲੀ ਹੌਲੀ ਰੰਗ ਚੜਦਾ ਗਿਆ। ਰੰਗ ਕਿਵੇਂ ਚੜ ਗਿਆ? ਘਰ ਦੇ ਵਿੱਚ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਮਾਇਆ ਖੁੱਲੀ ਹੈ। ਬਾਪੂ ਮੈਨੂੰ ਮਾਇਆ ਦੇ ਦੇ, ਲੈ ਜਾ, ਪਰ ਪੁੱਤ ਖੁਸ਼ ਰਹਿ। ਲੈ ਕੇ ਕਿੱਥੇ ਚੱਲਿਆ? ਉਹ ਮਾਇਆ ਮਿਹਨਤ ਨਾਲ ਨਹੀਂ ਨਾ ਕਮਾਈ, ਲੈ ਚੱਲਿਆ। ਜੇ ਮਿਹਨਤ ਨਾਲ ਕਮਾਈ ਹੁੰਦੀ ਤਾਂ ਸਾਧ ਸੰਗਤ ਤੋਂ ਮਾਇਆ ਦੀ ਕਦੇ ਕੋਈ ਨਰਾਦਰੀ ਨਹੀਂ ਕਰਦਾ। ਔਗਣ ਨਾ ਫਿਰ ਉਹਦੇ ਵਿੱਚ ਆਉਂਦੇ। ਹੌਲੀ ਹੌਲੀ ਜਿਹੜੇ ਪ੍ਰੇਮੇ ਦੀ ਸ਼ੋਭਾ ਹੁੰਦੀ, ਆਂਢੀ ਗਵਾਂਢੀ ਕਹਿੰਦੇ ਬੱਚਿਓ ਜੇ ਬਣਨਾ ਇਸ ਪ੍ਰੇਮੇ ਵਰਗੇ ਬਣੋ। ਕਿੰਨਾ ਸੰਗਤੀ ਬੰਦਾ ਹੈ, ਸੰਗਤ ਕਰਨ ਵਾਲਾ ਹੈ, ਸਤਿਕਾਰ ਕਰਦਾ ਹੈ। ਜਦੋਂ ਔਗਣ ਆਉਣੇ ਸ਼ੁਰੂ ਹੋ ਗਏ, ਮਾਮਾ ਨੇ ਆਪਦੇ ਪੁੱਤ ਲੁਕਾਉਣੇ ਸ਼ੁਰੂ ਕਰਤੇ। ਇਹਦੇ ਮੱਥੇ ਨਾ ਲੱਗ ਜਿਓ, ਇਹਨੂੰ ਲਾਂਭੇ ਮਿਲਣ ਲੱਗ ਗਏ। ਹੈ ਉਹੀ ਹੈ, ਸ਼ੈਤਾਨ ਵੀ ਉਹੀ ਹੈ, ਇਨਸਾਨ ਵੀ ਉਹੀ ਹੈ। ਇਨਸਾਨਾਂ ਵਾਲੇ ਕਰਤੱਵ ਕਰੂਗਾ ਇਨਸਾਨ ਹੈ, ਸ਼ੈਤਾਨਾਂ ਵਾਲੇ ਕਰਤੱਵ ਕਰੂਗਾ ਸ਼ੈਤਾਨ ਹੈ। ਫਰਕ ਹੋਰ ਤਾਂ ਨਹੀਂ, ਅੰਦਰ ਹੀ ਫਰਕ ਹੈ। ਅੱਜ ਲਾਂਭੇ ਵੀ ਮਿਲਣ ਲੱਗੇ ਸਾਧ ਸੰਗਤ। ਕਿੰਨਾਂ ਨੂੰ ਮਿਲਦੇ ਨੇ? ਅਲਾਂਭੇ ਦਿਨ ਰਾਤ ਦੇ ਅਲਾਂਭੇ 100 ਮਿਲਦੇ ਭਗਤੀ ਤੋਂ ਹੀਣਿਆਂ ਨੂੰ। ਬਈ ਦਿਨ ਰਾਤ ਦੇ ਅਲਾਂਭੇ 100 ਮਿਲਦੇ ਭਗਤੀ ਤੋਂ ਹੀਣਿਆਂ ਨੂੰ। ਦਿਨ ਰਾਤ ਦੇ ਉਲਾਂਭੇ 100 ਮਿਲਦੇ ਭਗਤੀ ਤੋਂ ਹੀਣਿਆਂ ਨੂੰ। ਉਹ ਦਿਨ ਰਾਤ ਦੇ ਉਲਾਂਭੇ 100 ਮਿਲਦੇ ਨੇ, ਉਲਾਂਭੇ 100 ਮਿਲਦੇ ਭਗਤੀ ਤੋਂ ਹੀਣਿਆਂ ਨੂੰ ਜੀ। ਦਿਨ ਰਾਤ ਦੇ ਉਲਾਂਭੇ 100 ਮਿਲਦੇ ਨੇ ਭਗਤੀ ਤੋਂ ਹੀਣਿਆਂ ਨੂੰ। ਮੇਰੇ ਪਿਆਰੇ ਭਗਤੀ ਤੋਂ ਹੀਣਿਆਂ ਨੂੰ, ਪਿਆਰੇ ਜੀ ਭਗਤੀ ਤੋਂ ਹੀਣਿਆਂ ਨੂੰ।
दिन रात दे नामे सौ सौ मेल दे भाई भागे दी तो दिन रात दे नामे सौ सौ मेल दे बड़े उलांबे मिलण लग गए। हुण साध संगत जी जेड़े खाण पीण वाले होण, नशा करन वाले होण, चोरियां ठगियां ऐसा जीवन होवे, उन्हां दा जेड़ा रिश्ता हुंदा है ना वो मतलब दा हुंदा है। जदों मतलब निकलिया नहीं ते रिश्ता खत्म है। ये तां उन्हां दा जेड़े खांदे पींदे है जां फिर औगणे करने ने जिन्हां ने। पर दूजा भी देख लो, संसार का कलयुग का प्रभाव मतलब ते रिश्ता खड़ा है। जे मतलब है तो पूरे ही आओ भगत सत्कार आदਿਕ होवेगा, नगर सारा खुश हो जाएगा। अगर मतलब नहीं तो गवांढी भी गवांढी वाल पिठ करके रहिंदा है। मतलब ते खड़ गए। सो गुरु तो सोझी लैनी है। हुण उन्हां दा मतलब की सी कि इहदे पास माया, इहनू बिगाड़ दिओ, ये नशा मंगेगा, आपां इहनू नशा देवांगे। नशा मिलदा गया, नशा करदा रहा ते औगण इन्ने आ गए। अज घरों भी माया नहीं मिलदी तां की करदे ने फिर औगण करन लग गए। घर दा समान बेच देना, किन्ना कुछ आपां देखदे आ ना संसार ते। ये सारे कारज जदों एवें होण लग गए, हौली हौली साध संगत असाध रोग लग पिया। केड़ा ओदा साध संगत जै तन वाणी विसर जाए, ज्यों पक्का रोगी बिल लाए। अज ओ जेड़े प्रेमे वल देख देख के भुखा लैंदियां सी, ऐसी अवस्था सी अज ओ प्रेमे वल कोई झाकदा नहीं। साध संगत जी शरीर फिट गया, किधरे मक्खियां भिनक रहीਆਂ ने, साध किधरे लहू आदਿਕ लगे पए ने, ओनू शांति नहीं। हाय करलाप करदा रहिंदा है, पापी कर्म कमावदे करदे हाय हाय। ऐसा जीवन ओदा बन गया। ये क्यों बनया? ओने गुरु दा नाम भुला दिता। तदे महाराज बाणी च फरमान, जियो तपत है वार वार, तप तप खपे बहुत बेकार। जय तन वाणी विसर जाए, ज्यों पक्का रोगी बिल लाए। इनू पक्का रोग इस करके कहंदे इहदा इलाज कोई नहीं। केड़ा लग गया फिर? बिसरे गुरां दी बाणी जी, जिनू बिसरे गुरां दी बाणी, पक्के रोगी नाल दा बने संग ते पक्के रोगी नाल दा बने। जिनू बिसरे गुरां दी बिसरे गुरां दी बिसरे गुरां दी बाणी, बिसरे गुरां दी बाणी। जिनू बिसरे साहिब दी बाणी, जिनू बिसरे गुरां दी बाणी। बिसरे गुरां दी बाणी, जिनू बिसरे गुरां दी बाणी जी। जिनू बिसरे
ਬਿਸਰੇ ਗੁਰਾਂ ਦੀ ਬਾਣੀ, ਪੱਕੇ ਰੋਗੀ ਨਾਲ ਦਾਬਣੇ ਸੰਗ ਤੇ ਪੱਕੇ ਰੋਗੀ ਨਾਲ ਦਾਬਣੇ, ਜਿਹਨੂੰ ਬਿਸਰੇ ਗੁਰਾਂ ਦੀ। ਸੰਗ ਤੇ ਸੰਗ ਤੇ ਪੱਕੇ ਰੋਗੀ ਨਾਲ ਦਾ, ਹਰ ਬਿਨ ਜੀਓ ਜਲ ਵੱਲ ਜਾਉ, ਐਸਾ ਸਾਧ ਸੰਗਤ ਇਹ ਸਮਾਂ ਬਣ ਗਿਆ। ਅੱਜ ਰੋਂਦਾ ਬੜਾ ਹੈ, ਪਛਤਾਵਾ ਹੁੰਦਾ ਹੈ ਨਾ। ਕਰਮ ਕਰਨਾ ਬੜਾ ਸੌਖਾ ਹੈ, ਪਰ ਕਰਮ ਭੁਗਤਣਾ ਉਦੋਂ ਜ਼ਿਆਦਾ ਔਖਾ ਹੈ। ਕਰਮ ਕਰਤਾ ਸੌਖੇ ਹੀ ਲਵਾਂਗੇ, ਨਫ਼ਰਤ ਜਿੰਨੀ ਮਰਜ਼ੀ ਫੈਲਾ ਲਓ, ਜਿਹਨੂੰ ਮਰਜ਼ੀ ਜਿਹਦੇ ਨਾਲ ਲੜ ਪਓ, ਪਰ ਇੱਜ਼ਤ ਬਣਾਉਣੀ ਕਿੰਨੀ ਔਖੀ ਹੈ। ਜੇ ਨਫ਼ਰਤ ਪੈਦਾ ਹੋ ਗਈ, ਨਫ਼ਰਤ ਵਿੱਚ ਕੋਈ ਕਰਮ ਕਰ ਦਿੱਤਾ, ਜੱਦੀ ਪੁਸ਼ਤੀ ਕਤਲਾਂ ਤੱਕ ਹੋ ਜਾਂਦੇ ਨੇ। ਬੜਾ ਔਖਾ ਹੈ ਭੁਗਤਣਾ। ਕਰਮ ਕਰਨਾ ਸੌਖਾ ਹੈ, ਭੁਗਤਣਾ ਉਦੋਂ ਵੱਧ ਔਖਾ ਹੈ। ਉਹਨੇ ਨਸ਼ੇ ਵਾਲੇ ਮਾੜੇ ਕਰਮ ਤਾਂ ਕਰ ਲਏ, ਹੁਣ ਭੁਗਤੇ ਜਾਂਦੇ ਨਹੀਂ। ਰੋਈ ਜਾਂਦਾ ਹੈ, ਮੈਨੂੰ ਬਚਾ ਲਓ, ਪਿਤਾ ਪਾਸ ਮਾਇਆ ਹੈ। ਹੁਣ ਮਾਇਆ ਵੀ ਕਿੱਥੇ, ਕੁੰਡ ਕੱਢ ਗਈ ਮਾਇਆ ਵੀ। ਸਾਧ ਸੰਗਤ ਬੜੇ ਵੈਦ ਬੁਲਾਏ, ਹਕੀਮ ਬੁਲਾਏ, ਬੜੇ ਆਏ, ਪਰ ਕਿਸੇ ਤੋਂ ਇਹਦਾ ਕੋਈ ਇਲਾਜ ਨਹੀਂ ਹੋਇਆ। ਅਖੀਰ ਇੱਕ ਬੜਾ ਸੁਚੱਜਾ ਵੈਦ ਆਇਆ, ਉਹ ਕਹਿਣ ਲੱਗਿਆ, ਗੱਲ ਸੁਣੋ, ਹੁਣ ਤਾਂ ਹੈ ਤੁਹਾਡਾ ਪੁੱਤਰ, ਇਹਦਾ ਇਲਾਜ ਕਰਾ ਰਹੇ ਹੋ ਤੁਸੀਂ, ਪਰ ਜੇ ਤੁਸੀਂ ਇਹਦੀ ਸੇਵਾ ਕਰਦੇ ਰਹੇ ਨਾ, ਇਹ ਕੋੜ ਤੁਹਾਨੂੰ ਵੀ ਹੋ ਜਾਣਾ ਹੈ। ਜੇ ਤੁਹਾਨੂੰ ਕੋੜ ਹੋ ਗਿਆ, ਤੁਹਾਨੂੰ ਤਿੰਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਹੁਣ ਤਾਂ ਤੁਸੀਂ ਇਹਨੂੰ ਪੁੱਛਦੇ ਹੋ। ਬੜਾ ਫਿਕਰ ਪੈ ਗਿਆ। ਆਹਾ ਮਨਾ, ਹੁਣ ਕੀ ਕਰੀਏ। ਉਹ ਜਿਨ੍ਹਾਂ ਲਈ ਦੀਨ ਗਵਾਇਆ ਸੀ, ਦੀਨ ਗਵਾਇਆ, ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ, ਗਾਫਲੇ ਆਪਣੇ ਹਾਥ। ਤਦੇ ਮਹਾਰਾਜ ਦੀ ਬਾਣੀ ਨੇ ਵੀ ਬਚਨ ਕੀਤਾ ਹੈ ਨਾ, ਸਾਧ ਸੰਗਤੀ ਸਭੋ ਭੱਜੋ, ਆਸਰਾ ਚੁੱਕਾ ਸਭ ਅਸਰਾਓ। ਕੋਈ ਆਸਰਾ ਰਹਿੰਦਾ ਹੈ, ਕੋਈ ਆਸਰਾ ਨਹੀਂ ਰਹਿੰਦਾ। ਫਿਰ ਜੇ ਦੁੱਖ ਦਾ ਵੇਲਾ ਆ ਜਾਵੇ, ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸਭ ਰਸੀਆਂ ਦੇ ਬਣ ਡਸ ਜਾਂਦੇ। ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਐਸਾ ਸਾਧ ਸੰਗਤ ਦੁੱਖ ਦਾ ਸਮਾਂ ਅੱਜ ਇਹ ਪ੍ਰੇਮੇ ਤੇ ਚੱਲਦਾ। ਪਰ ਜਿਨ੍ਹਾਂ ਲਈ ਦੀਨ ਗਵਾਇਆ, ਉਹ ਮਿੱਤਰ ਵੀ ਛੱਡ ਗਏ। ਹੁਣ ਕਰਮ ਐਸਾ ਆ ਗਿਆ, ਸਾਧ ਸੰਗਤ ਹੈ ਤਾਂ ਕੀ ਹੈ, ਮਾਤਾ ਦਾ ਜਿਗਰ ਦਾ ਟੁਕੜਾ ਹੈ ਨਾ। ਪਰ ਕੀ ਕਰੀਏ, ਹੁਣ ਹੈ ਮਾਤਾ ਦੇ ਜਿਗਰ ਦਾ ਟੁਕੜਾ, ਪਰ ਅੱਜ ਦੂਰ ਕਰਨਾ ਪੈ ਗਿਆ। ਤਦੇ ਆਖਿਆ ਨਾ, ਉਹ ਭੈਣਾਂ ਤੇ ਭਾਈ ਜੀ ਲਾਗੂ ਤਾਂ ਤੇਰੇ ਦੁਸ਼ਮਣ ਬਣ ਗਏ। ਭੈਣਾਂ ਤੇ ਭਾਈ ਜੀ ਲਾਗੂ ਤੇਰੇ ਦੁਸ਼ਮਣ ਬਣ ਗਏ। ਭੈਣਾਂ ਤੇ ਲਾਗੂ ਤੇਰੇ ਲਾਗੂ ਤੇਰੇ ਦੁਸ਼ਮਣ ਹੋ ਗਏ। ਲਾਗੂ ਤਾਂ ਦੁਸ਼ਮਣ, ਲਾਗੂ ਤੇਰੇ ਦੁਸ਼ਮਣ ਬਣ ਗਏ। ਲਾਗੂ ਤਾਂ ਦੁਸ਼ਮਣ ਹੋ ਗਏ। ਭੈਣਾਂ
सब दुश्मन हो गए पैना से भाई जी, लागू तेरे दुश्मन हो गए पैना से भाई। पैना ते पाई ले फकरा, रोग तेनू भी लग जाएगा, रोग मां नू भी लग सकता है, पिता नू भी लग सकता है। हुण नेड़े कौन जावे, कोई नहीं ना जांदा नेड़े। ना कर औगण, औगण नहीं करने चाहिए, गुनाह दी सां पाउणी चाहिए है। अज साध संगत जी हुण माता पिता ने सलाह कर लई, कैसी सलाह? लो इनू चुक लो, किथे? नगर दे बाहर खूह ते रखे आउणे आ, उत्थे बिठाए आउणे आ। कोई आउंदा जांदा बेचारा पानी दे जूगा, पर रोटी पानी दी जावांगे। जे ते रख लिया तिन्नां नू कोढ़ हो जाना, किसी ने नहीं पूछना। लै गए चुक के, घड़ा रख दिता पानी दा, कदे जल पानी प्रशादा पानी घरों आ गया, कदे बस राम राम भी हो जाता है। पर हुण भुगत दा बड़ा औखा है। रब नू भुला तां दिता, मन मुखा ने विसार दिता दाता, दात नू प्यारी जान के। संत महाराज बचन करना कई दफा, ऐ ਸਿੰਘੋ ऐ शिष्यो ऐ बालकियो, घर वार छड्डिया भाई। जे घर वार छड्ड के आए हो, की करना आए हो? सत वचन, उथे दूसरा कोई वचन नहीं, सत वचन। घर वार छड्डिया आए हो, जे तां अमृत वेला संभालना है, सेवा करनी है, फिर तां इत्थे रह पो, ठीक है। जे अमृत वेला नहीं संभालना, सेवा नहीं करनी, सिमर नहीं करना, कोई जप नहीं, तप नहीं, कोई नेम नहीं, कोई कर्म ऐसा नहीं करना, भावें गुणा दा खजाना हो जाए, तू गाहां लंघ जा, गाहां संतां नाल रहन जोगा ही नहीं, जोगा ही नहीं। ऐसी दफा ऐ बालकियो नाम जपण वास्ते आए हैं। कई दफा इतना उच्चा वचन, ले जे नाम ना जपिया, सेवा ना करी, दूर नहीं, इत्थे तां भुगतना ही है ना। तुसी भुगतदे ने, सारी भुगतदे ने। जेड़ा कर्म करांगे, चाहे मैं है चाहे कोई है, सारियां नूं भुगतना पैंदा है। कहंदे उत्ते जाके असी भी कोल खड़ा होवांगे, जे कोई कर्म बचन ना कमाया, कोल खड़ के सजा भी दवा दांगे। पर जे बन के चले हो तां फिर थोनू तत्ती वाह नहीं लगदी। बस इन्ना ही कह दिओ कि सियोड़े वाले नाल चले सी। बोलो सतनाम। फिर कर्म कैसे कराउने, कर्म कैसे कराउने? अज ऐसे कर्म करदा तां प्रेमा भी चंगी भुगतदा ना, पर उहने कर्म कैसे माड़े करे ने। साध संगत में महापुरखां दी सांझ इस करके नाल टूक मातर प्रथाए साखी, क्योंकि ये जप तप महापुरख करवा रहे ने, बड़ी कृपा। अज साध संगत प्रेमा रो रहा है, कर्म माड़ा है, भुगत्या नहीं जाता। तदे गुरु दी बाणी ने भी इयों मोहर लगा दी है। काके औगण जाद जिंदड़िए रोमे, कर कर औगण जाद जिंदड़िए रोमेगी। कर कर औगण जाद सारे बीबे रानी गज के पछताना पैजूगा तेनू। करके औगण जाद जिंदड़िए रोवेगी, कर कर औगण जाद जिंदड़िए रोवेगी। औगण जाद जिंदड़िए रोवेगी।
ਵਿਕਾਰੇ ਔਗਣ ਪਛੁਤਾਵਣਾ। ਉਹ ਮੈਨੂੰ ਕੋਈ ਬਖਸ਼ਾ ਵੀ ਦਿਓ ਹੁਣ, ਕੋਈ ਮਿਲ ਜੇ ਰੱਬ ਦਾ ਪਿਆਰਾ, ਮੇਰੇ ਵੀ ਇਹ ਰੋਗ ਕੱਟੇ ਜਾਣ। ਸਾਧ ਸੰਗਤ ਇੱਕ ਦਿਨ ਦਾ ਸਮਾਂ ਆ ਗਿਆ। ਕੋਈ ਕਰਮ ਜੇ ਚੰਗਾ ਬੀਜਿਆ ਹੋਵੇ ਅੱਗੇ ਆ ਹੀ ਜਾਂਦਾ ਹੈ। ਸੰਗਤਾਂ ਜੋਟਿਆਂ ਦੇ ਵਿੱਚ ਗੋਇੰਦਵਾਲ ਸਾਹਿਬ ਨੂੰ ਆ ਰਹੀਆਂ ਨੇ। ਯਾਤਰਾ ਤੇ ਆਪਾਂ ਵੀ ਕਰਦੇ ਆਂ, ਗੁਰੂ ਘਰ ਆਪਾਂ ਵੀ ਆਉਨੇ ਆਂ। ਗੁਰੂ ਘਰ ਆਉਣਾ ਹੋਰ ਹੈ, ਗੁਰੂ ਘਰ ਰਹਿ ਕੇ ਨਹੀਂ ਨਿੰਦਿਆ ਛੱਡਦੇ, ਬੋਲੋ ਸਤਨਾਮ। ਗੁਰੂ ਘਰ ਰਹਿ ਕੇ ਨਹੀਂ ਮਾੜੇ ਕਰਮ ਛੱਡੇ ਜਾਂਦੇ। ਜਦੋਂ ਯਾਤਰਾ ਤੇ ਜਾਣਾ ਕੀ ਭਾਈ, ਜੋਟਿਆਂ ਵਿੱਚ ਸ਼ਬਦ ਪੜੋ, ਬਾਣੀ ਪੜੋ, ਸੇਵਾ ਸਿਮਰਨ ਤੋਂ ਬਿਨਾਂ ਗੱਲ ਨਹੀਂ ਕਰਨੀ। ਹੁਣ ਸੰਗਤਾਂ ਚਾਲੇ ਪਾਏ ਹੋਏ ਨੇ, ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਕੌਣ ਜਾਗਦਾ ਹੈ? ਕੋਈ ਜਾਗਦੇ ਨੇ ਰਾਮ ਦੇ ਪਿਆਰੇ, ਰੱਬ ਦੇ ਪਿਆਰੇ ਜਾਗਦੇ ਐ। ਅੱਜ ਸੰਗਤਾਂ ਆ ਰਹੀਆਂ ਨੇ, ਬਾਣੀ ਦੇ ਸ਼ਬਦ ਪੜ ਰਹੀਆਂ ਨੇ, ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ ਨੇ। ਸੰਗਤੇ ਇਉਂ ਆਉਂਦਿਆਂ ਆਉਂਦਿਆਂ ਕਿੱਥੇ, ਜਿੱਥੇ ਉਹ ਪ੍ਰੇਮਾ ਕੋੜੀ ਪਿਆ ਉਹ ਤੋਂ ਕੁਝ ਕਦਮ ਦੂਰ ਇਹਨੂੰ ਪ੍ਰੇਮੇ ਕੋੜੀ ਨੂੰ ਆਵਾਜ਼ ਸੁਣਨ ਲੱਗ ਪਈ। ਕੋਈ ਆ ਰਿਹਾ ਹੈ। ਇਹ ਕੌਣ ਹੈ? ਇਹ ਕੀ ਹੋ ਰਿਹਾ ਹੈ? ਕੀ ਗਾ ਰਹੇ ਨੇ? ਕੀ ਪੜ ਰਹੇ ਨੇ? ਗਿਆਨ ਨਹੀਂ ਹਲੇ ਬਾਣੀ ਦਾ, ਪਰ ਜੋ ਸੁਣਿਆ, ਸੁਣ ਕੇ ਸ਼ਾਂਤੀ ਮਿਲ ਗਈ। ਜੋ ਸੁਣਿਆ ਸੁਣ ਕੇ ਸ਼ਾਂਤੀ ਮਿਲ ਗਈ। ਕਿਉਂ? ਧਿਆਨ ਲਾ ਕੇ ਸੁਣਿਆ, ਧਿਆਨ ਲਾ ਕੇ ਪੜਾਂਗੇ, ਧਿਆਨ ਲਾ ਕੇ ਸੁਣਾਂਗੇ, ਸ਼ਾਂਤੀ ਸਾਨੂੰ ਵੀ ਮਿਲੇਗੀ। ਜੇ ਰੱਬੀ ਬਾਣੀ ਦਾ ਧਿਆਨ ਧਰਾਂਗੇ, ਸ਼ਾਂਤੀ ਸਾਨੂੰ ਵੀ ਮਿਲੇਗੀ। ਜੇ ਬੱਧਾ ਚੱਟੀ ਕਰਨੀ ਹੈ ਫਿਰ ਸ਼ਾਂਤੀ ਕਿੱਥੇ? ਦਿਖਾਉਣਾ ਕਿਹਨੂੰ ਹੋ ਤਾਂ ਤੇਰੇ ਅੰਦਰੇ ਬੈਠਾ, ਜਿਹਨੂੰ ਦਿਖਾਉਂਦਾ ਫਿਰਦਾ ਹੈ। ਸੋ ਪਿਆਰਿਓ, ਅੱਜ ਸੰਗਤਾਂ ਜੋਟਿਆਂ ਦੇ ਵਿੱਚ ਆਉਣਾ, ਬਾਣੀ ਦੇ ਸ਼ਬਦ ਪੜਦੀਆਂ, ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ। ਜਿਨ ਕਉ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਐਸੇ ਬਾਣੀ ਦੇ ਬਾਣ ਵੱਜ ਰਹੇ ਨੇ। ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਇਹ ਹੱਲੇ ਦੀਆਂ ਧਾਰਨਾ, ਮਲਵਈ ਕੀਰਤਨ, ਆਨੰਦ ਗੱਜ ਵੱਜ ਕੇ ਮਿਲ ਕੇ ਬੋਲਿਆ ਕਰੋ ਜੀ। ਤੂੰ ਵੀ ਸੁਣ ਲੈ ਗੁਰਾਂ ਦੀ ਬਾਣੀ, ਤੇਰੇ ਪਾਪਾਂ ਵਾਲਾ ਨਾਸ਼ ਹੋ ਜਾਊਗਾ। ਓ ਤੂੰ ਵੀ ਸੁਣ ਲੈ ਗੁਰਾਂ ਦੀ ਬਾਣੀ, ਓਏ ਪਾਪਾਂ ਵਾਲਾ ਓ ਆ ਜਾ ਸੁਣ ਲੈ, ਆ ਜਾ ਸੁਣ ਲੈ ਗੁਰਾਂ ਦੀ ਸੱਚੀ ਬਾਣੀ। ਓ ਆ ਜਾ ਸੁਣ ਲੈ ਗੁਰਾਂ ਦੀ ਬਾਣੀ, ਤੂੰ ਮਿੱਠੀ ਮਿੱਠੀ ਬਾਣੀ ਪਾਪਾਂ ਵਾਲਾ। ਸੁਣ ਲੈ ਗੁਰਾਂ ਦੀ ਬਾਣੀ। ਓਏ ਆ ਜਾ ਸੁਣ ਲੈ ਗੁਰਾਂ ਦੀ ਬਾਣੀ, ਤੂੰ ਤਾਂ ਸੁਣ ਲੈ ਗੁਰਾਂ ਦੀ ਬਾਣੀ। ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸਾਧ ਸੰਗਤ ਜੀ ਉਹ ਸੱਜਣ ਨੇੜੇ ਆਉਂਦੇ ਗਏ। ਹੁਣ ਇਹ ਪ੍ਰੇਮਾ ਕੋੜੀ ਇਹਨੇ ਸੋਚਿਆ ਕਿਤੇ ਲੰਘੇ ਨਾ ਜਾਣ, ਮੈਨੂੰ ਸ਼ਾਂਤੀ ਬੜੀ ਮਿਲ ਰਹੀ ਹੈ। ਕਿਸਰ ਕਿਸਰ ਕੇ ਜਿੱਥੋਂ ਲੰਘਣਾ ਉੱਥੇ ਆ ਗਿਆ। ਅੰਮ੍ਰਿਤ ਵੇਲਾ ਹੋ ਰਿਹਾ, ਪੌ ਪਠਾਲਾ ਹੋ ਰਿਹਾ ਹੈ। ਸਾਧ ਸੰਗਤ ਜੀ ਹੱਥ ਜਿਤਨੇ ਜੁੜੇ ਜੋੜ ਲਏ।
ਕਿਉਂਕਿ ਜਿਹਨੂੰ ਕੋੜ ਦਾ ਐਸਾ ਰੋਗ ਲੱਗ ਜਾਵੇ, ਸਰੀਰ ਫਿੱਟ ਜਾਇਆ ਕਰਦਾ ਹੈ, ਔਰ ਨਾਲ ਇਹਦੇ ਗਠੀਆ ਵੀ, ਜਿੱਥੇ ਖੜ ਗਏ ਸੋ ਖੜ ਗਏ ਹੱਥ, ਬੁਰਾ ਹਾਲ ਹੈ। ਆਪਣੇ ਆਪ ਦੀ ਕਿਰਿਆ ਵੀ ਇਨਸਾਨ ਸੰਭਾਲ ਨਹੀਂ ਸਕਦਾ। ਕੋੜ ਤਾਂ ਹੁਣ ਵੀ ਬਹੁਤ ਹੁੰਦਾ ਹੈ, ਰੋਗ ਹੁਣ ਵੀ ਬਹੁਤ ਲੱਗਦਾ ਹੈ, ਪਰ ਆਪਾਂ ਨੇ ਗੁਰੂ ਨੂੰ ਭੁਲਾ ਦਿੱਤਾ। ਜੇ ਵਿਸ਼ਵਾਸ ਹੋਵੇ ਨਾ ਕਿ ਗੁਰੂ ਅਮਰਦਾਸ ਜੀਆਂ ਨੇ ਕੋੜੀਆਂ ਦੇ ਕੋੜ ਕੱਟ ਦਿੱਤੇ, ਕਿ ਅੱਜ ਨਹੀਂ ਕੱਟਣਗੇ, ਕਿ ਗੁਰੂ ਹੁਣ ਨਹੀਂ ਭਲਾ ਕਰੇਗਾ। ਬਸ ਭਾਵਨਾ ਦੀ ਲੋੜ ਹੈ, ਸ਼ਰਧਾ ਦੀ ਲੋੜ ਹੈ, ਸਤਿਕਾਰ ਦੀ ਲੋੜ ਹੈ, ਪ੍ਰੇਮ ਦੀ ਲੋੜ ਹੈ, ਤਦੇ ਫਿਰ ਅੰਤਸ਼ਕਰਨ ਸ਼ੁੱਧ ਹੋ ਜਾਏਗਾ। ਸੋ ਆ ਗਿਆ, ਹੁਣ ਦੇਖੀ ਜਾਂਦਾ ਹੈ, ਬੁਲਾਇਆ, ਸਜਣਾ ਆ ਤੁਸੀਂ ਕੀ ਪੜ ਰਹੇ ਹੋ? ਕਹਿੰਦੇ ਇਹ ਗੁਰਾਂ ਦੀ ਬਾਣੀ ਹੈ। ਗੁਰਾਂ ਦੀ ਬਾਣੀ ਹੈ। ਕਹਿੰਦੇ ਮੇਰੇ ਮਨ ਨੂੰ ਬੜੀ ਤਸੱਲੀ ਮਿਲੀ ਹੈ, ਮੈਨੂੰ ਬੜੀ ਸ਼ਾਂਤੀ ਮਿਲੀ ਹੈ। ਅੱਛਾ ਗੁਰੂ ਜੀ ਕਿੱਥੇ ਨੇ? ਕਹਿੰਦੇ ਗੁਰੂ ਸਾਹਿਬ ਤਾਂ ਗੋਇੰਦਵਾਲ ਸਾਹਿਬ ਨੇ। ਤੁਸੀਂ ਉੱਥੇ ਚੱਲੇ ਹੋ? ਹਾਂ ਅਸੀਂ ਉੱਥੇ ਜਾ ਰਹੇ ਹਾਂ। ਅੱਛਾ ਪੁਰਖਾ ਦੇਖ, ਮੈਂ ਚੱਲਣ ਯੋਗਤਾ ਨਹੀਂ, ਮੇਰੇ ਚ ਇਤਨੀ ਸਮਰੱਥਾ ਤਾਂ ਨਹੀਂ। ਮੇਰੀ ਇੱਕ ਅਰਜ਼ ਹੈ, ਮੇਰੀ ਬੇਨਤੀ ਹੈ, ਮੇਰੀ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਕਿ ਮੈਨੂੰ ਗੁਰੂ ਜੀ ਦੇ ਦਰਸ਼ਨ ਕਰਵਾ ਦੇਵੋਗੇ? ਮੈਂ ਵੀ ਦਰਸ਼ਨ ਕਰ ਲਵਾਂਗਾ, ਮੇਰੇ ਭਾਗ ਜਾਗ ਪੈਣਗੇ। ਹਾਂ ਕਹਿੰਦੇ ਜੇ ਤੇਰੇ ਮਨ ਵਿੱਚ ਪ੍ਰੇਮ ਹੈ, ਹਾਂ ਸਾਡੇ ਮਨ ਚ ਪ੍ਰੇਮ ਹੈ। ਤੂੰ ਜਾਣਾ ਚਾਹੁੰਦਾ ਭਾਈ? ਹਾਂ ਮੈਂ ਗੁਰੂ ਜੀ ਨੂੰ ਜਾਣਾ ਚਾਹੁੰਦਾ, ਮਿਲਣਾ ਚਾਹੁੰਦਾ, ਦਰਸ਼ਨ। ਕਹਿੰਦੇ ਜੇ ਆਹ ਗੱਲ ਹੈ ਨਾ, ਪਰਉਪਕਾਰੀ ਗੁਰਹਿ ਪਿਆਰਾ, ਜਿਹੜਾ ਪਰਉਪਕਾਰ ਕਰਦਾ ਗੁਰੂ ਨੂੰ ਬੜਾ ਪਿਆਰਾ ਲੱਗਦਾ ਹੈ। ਇੱਕ ਸੇਵਾਦਾਰ ਅੱਗੇ ਆਇਆ, ਉਹ ਜਿਹੜੇ ਪ੍ਰੇਮੀ ਦੇ ਕੋਲ ਕੋਈ ਖੜਦਾ ਨਹੀਂ, ਨੱਕ ਬੰਨ ਕੇ ਕੋਲ ਚ ਹੀ ਲੰਘ ਜਾਂਦੇ ਐ। ਉਹ ਪ੍ਰੇਮੀ ਦੇ ਪਾਸ ਸੇਵਾਦਾਰ ਬੈਠਾ, ਕਹਿੰਦਾ ਗੱਲ ਸੁਣ ਪ੍ਰੇਮਿਆ, ਆ ਜਾ ਮੇਰੇ ਮੋਢਿਆਂ ਤੇ ਬੈਠ ਜਾ, ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ। ਸੰਤ ਮਹਾਰਾਜ ਨੇ ਧਾਰਨਾ ਪੜ੍ਹਨੀ, ਮਾਣੀ ਆਨੰਦ ਜੀ, ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ, ਚੱਲ ਬਹਿ ਜਾ ਮੇਰੇ ਮੋਢਿਆਂ ਤੇ। ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ, ਤੂੰ ਬਹਿ ਜਾ ਮੇਰੇ ਮੋਢੇ, ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ। ਸਾਧ ਸੰਗਤ ਜੀ ਮੋਢਿਆਂ ਤੇ ਪ੍ਰੇਮੇ ਕੋੜੀ ਨੂੰ ਚੁੱਕ ਲਿਆ, ਨਾਲ ਮੋਢਿਆਂ ਤੇ ਚੁੱਕ ਕੇ ਕੋਈ ਚੱਲੇ ਪਏ। ਅਮਰਦਾਸ ਜੀ ਮਹਾਰਾਜ ਸੰਗਤਾਂ ਦਾ ਭਲਾ ਕਰ ਰਹੇ, ਚਲੇ ਪਿੰਡ ਤੱਕ ਪਹੁੰਚ ਗਏ। ਮੋਢਿਆਂ ਤੋਂ ਉਤਾਰਨਾ ਕੀਤਾ, ਪ੍ਰੇਮੇ ਕੋੜੀ ਨੂੰ ਲੰਮਾ ਲਿਟਾ ਦਿੱਤਾ। ਆਪ ਸੰਗਤਾਂ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ। ਗੱਲ ਸੁਣ ਪ੍ਰੇਮਿਆ ਜੀ ਪਿਆਰਿਓ, ਮਹਾਰਾਜ ਜੀ ਇਸੇ ਰਸਤੇ ਆਉਂਦੇ ਐ, ਇਸੇ ਰਸਤੇ ਜਾਂਦੇ ਐ। ਸਾਹਮਣੇ ਹੈ ਦਰਬਾਰ, ਲੈ ਇੱਥੇ ਬੈਠ ਕੇ ਕਰ ਲੈ ਦੀਦਾਰ ਜਿਨੇ ਕਰ ਸਕਦਾ ਹੈ। ਬਾਣੀ ਸੁਣ, ਬਾਣੀ ਸੁਣੇਗਾ ਧਿਆਨ ਲਾ ਕੇ, ਤੇਰੇ ਤੇ ਕਿਰਪਾ ਹੋ ਜਾਣੀ ਹੈ। ਕੋਈ ਪਤਾ ਨਹੀਂ ਕਿਹੜੇ ਬ੍ਰਹਮ ਗਿਆਨੀ ਦੀ ਸੰਗਤਾਂ ਦੀ ਧੂਰ ਤੇਰੇ ਮਸਤਕ ਨੂੰ ਲੱਗੇਗੀ, ਤੇਰੇ ਲਿਖੇ ਹੋਏ ਪੁੱਠੇ ਲੇਖ ਸਿੱਧੇ ਹੋ ਜਾਣਗੇ। ਬੋਲੋ ਸਤਨਾਮ। ਤੇਰੇ ਲਿਖੇ ਹੋਏ ਪੁੱਠੇ ਲੇਖ ਸਿੱਧੇ ਹੋ ਜਾਣਗੇ।
ਹੁਣ ਕਰਨਾ ਕੀ ਹੈ? ਕਹਿੰਦਾ ਕਰਨਾ ਤਾਂ ਕੁਝ ਨਹੀਂ, ਬਸ ਗੁਰੂ ਦੇ ਗੁਣ ਗਾਉਣੇ ਐ। ਕਹਿੰਦੇ ਕਿਵੇਂ? ਕਹਿੰਦਾ ਕੇਸੋ ਕੇਸੋ ਕੂਕੀਏ ਨਾ ਸੋਈਐ ਸਾਰ, ਰਾਤ ਦਿਵਸ ਕੇ ਕੂਕਣੇ ਕਹੂ ਤਾਂ ਸੁਣੇ ਪੁਕਾਰ। ਕੁਝ ਨਹੀਂ ਕਰਨਾ, ਕੂਕਦਾ ਰਹਿਣਾ, ਬੁਲਾਉਂਦੇ ਰਹਿਣਾ, ਹਾਕਾ ਮਾਰਦੇ ਰਹਿਣਾ। ਕੀ ਹੋਵੇਗਾ? ਤੂੰ ਤਾਂ ਕੂਕਦਾ ਰਹੀਂ ਦਿਨ ਰਾਤੀ, ਕਦੇ ਤਾਂ ਪੁਕਾਰ ਸੁਣੂਗਾ। ਤੂੰ ਤਾਂ ਕੂਕਦਾ ਰਹੀਂ ਦਿਨ ਰਾਤੀ, ਕਦੇ ਤਾਂ ਪੁਕਾਰ ਸੁਣੇਗਾ। ਤੂੰ ਤਾਂ ਕੂਕਦਾ ਰਹੀਂ ਦਿਨ ਰਾਤੀ, ਕਦੇ ਤਾਂ ਪੁਕਾਰ ਸੁਣੇਗਾ। ਕਦੇ ਤਾਂ ਪੁਕਾਰ ਸੁਣੇ, ਤੂੰ ਤਾਂ ਕੂਕਦਾ ਰਹੀਂ ਦਿਨ ਰਾਤੀ। ਤੂੰ ਤਾਂ ਕੂਕਦਾ ਰਹੀਂ ਦਿਨ ਰਾਤੀ, ਓਏ ਕਦੇ ਤਾਂ ਤੂੰ ਤਾਂ ਕੂਕਦਾ ਰਹੀਂ ਦਿਨ ਰਾਤੀ। ਕਦੇ ਤਾਂ ਪੁਕਾਰ ਸੁਣੂਗਾ। ਪੜੀ ਜਾ ਜਪਜੀ ਸਾਹਿਬ, ਜਪ ਲੈ ਵਾਹਿਗੁਰੂ ਵਾਹਿਗੁਰੂ, ਕਰ ਲੈ ਕੀਰਤਨ, ਮਨ ਲਾ ਕੇ ਸੁਣ ਲੈ ਗੁਰੂ ਦੀ ਵਿਚਾਰ। ਅੰਦਰੋਂ ਕੂਕਦਾ ਰਹਿ ਜਿਵੇਂ ਬਬੀਹਾ ਕੂਕਦਾ, ਤੇਰੀ ਪੁਕਾਰ ਸਤਿਗੁਰ ਜ਼ਰੂਰ ਸੁਣਨਗੇ। ਪ੍ਰੇਮੀ ਨੂੰ ਜਦ ਇਹ ਵਚਨ ਹੋਏ, ਤਦ ਉੱਥੇ ਪ੍ਰੇਮਾ ਕੋੜੀ ਵਚਨ ਕਰਨ ਲੱਗਿਆ। ਇਹ ਗੱਲ ਸੁਣ ਸੱਜਣਾ, ਹਾਂ ਭਾਈ, ਗੁਰੂ ਸਾਹਿਬ ਤੱਕ ਮੇਰੀ ਪੁਕਾਰ ਜਾਵੇਗੀ। ਕਹਿੰਦਾ ਕਿਵੇਂ? ਕਹਿੰਦਾ ਜਿਹੜੀ ਮੇਰੀ ਪੁਕਾਰ ਹੈ ਨਾ, ਇਹ ਵੀ ਬਬੀਹੇ ਵਾਲੀ ਹੈ, ਕੂਕ ਬਬੀਹੇ ਵਾਲੀ। ਕੰਨ ਲਾ ਕੇ ਸੁਣ ਲੈ ਮਾਲਕਾ, ਮੇਰੀ ਵੀ ਕੂਕ ਬਬੀਹੇ ਵਾਲੀ। ਓਏ ਕੰਨ ਲਾ ਕੇ, ਓ ਮੇਰੀ ਕੂਕ ਬਬੀਹੇ ਵਾਲੀ। ਕੰਨ ਲਾ ਕੇ ਓ ਮੇਰੀ ਕੂਕ ਬਬੀਹੇ ਵਾਲੀ। ਕੰਨ ਲਾ ਕੇ ਮੇਰੀ ਕੂਕ ਬਬੀਹੇ ਵਾਲੀ। ਪਾਤਸ਼ਾਹ ਸੁਣ ਲੋ ਮੇਰੀ ਪੁਕਾਰ। ਆ ਹੁਣ ਆਪਾਂ ਪੁਕਾਰਾਂ ਕਰਦੇ ਆਂ। ਜਿਹੜਾ ਕੀਰਤਨ ਦਾ ਆਨੰਦ ਗੁਰਸਾਗਰ ਮਸਤੂਆਣਾ ਸਾਹਿਬ ਸੰਤ ਮਹਾਰਾਜ ਵਰਤਾ ਗਏ, ਮਹਾਰਾਜ ਸਿਹੋੜਾ ਸਾਹਿਬ ਵਾਲੇ ਵਰਤਾ ਗਏ, ਰਾੜੇ ਸਾਹਿਬ ਵਾਲੇ ਵਰਤਾ ਗਏ। ਅੱਜ ਕਿਤਨੇ ਮਹਾਤਮਾ ਵਰਤਾ ਰਹੇ ਨੇ। ਆ ਉਹਨਾਂ ਦੇ ਕੀਰਤਨ ਦੀਆਂ ਆ ਗੂੰਜਾਂ ਪੈਂਦੀਆਂ ਨੇ ਕਿ ਬਾਬਾ ਅਤਰ ਸਿੰਘ ਜੀ ਨਹੀਂ ਆਪਣੀ ਪੁਕਾਰ ਸੁਣਨਗੇ। ਕਿ ਸੰਤ ਮਹਾਰਾਜ ਸਾਨੂੰ ਦਰਸ਼ਨ ਨਹੀਂ ਦੇਣਗੇ, ਸਾਡੇ ਤੇ ਭੌਰਿਆਂ ਤੇ ਕਿਰਪਾ ਕਰਨਗੇ ਨਹੀਂ। ਜੇ ਚੱਲੇ ਆ ਮਹਾਂਪੁਰਖ ਜਪ ਤਪ ਨੇ, ਇਹਨਾਂ ਦਾ ਫਲ ਵੀ ਸੰਸਾਰ ਨੂੰ ਅਵਸ਼ ਮਿਲੇਗਾ। ਬੋਲੋ ਸਤਨਾਮ। ਅੱਜ ਜੋ ਪ੍ਰੇਮਾ ਕੋੜੀ ਕੂਕਦਾ ਰਿਹਾ, ਕੂਕਦਾ ਰਿਹਾ,
ਸਾਧ ਸੰਗਤ ਅੱਜ ਹੋਰ ਕੱਲ ਹੋਰ। ਉਹ ਜਿਹੜਾ ਸਰੀਰ ਫਿੱਟ ਗਿਆ, ਲੋਕ ਲਾਂਭੇ ਦਿੰਦੇ ਨੇ, ਮਾਤਾ ਪਿਤਾ ਵੀ ਸਾਥ ਛੱਡ ਗਏ, ਅੱਜ ਕਿਹਨੇ ਸਾਥ ਨਿਭਾਇਆ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ। ਅੱਜ ਗੁਰੂ ਜੀ ਨੇ ਸਾਥ ਨਿਭਾ ਦਿੱਤਾ। ਅੱਜ ਸਾਧ ਸੰਗਤ ਉਹਦੀ ਦੇਹੀ ਕੈਸੇ ਹੋਗੀ? कैसी होगी ओदी देही? लोहियो होयो लाल, लोहियो होयो लाल नदर जद सतगुर धारै, ऐसी होगी। कच्चे कच तो साध संगत कंचन वर गया, लोहे तो लाल हो गया, ऐसी किरपा होगी, तंदुरुस्त हो गया। वो जेड़े प्रेमी वल कोई तकदा नहीं, अज भज भज संगतां दी सेवा करदा फिरदा है। ਅੱਜ ਕਿਧਰੇ ਲੰਗਰਾਂ 'ਚ ਸੇਵਾ ਕਰਦਾ ਫਿਰਦਾ, ਮੰਦਰਾਂ 'ਚ ਸੇਵਾ ਕਰਦਾ, ਜੋੜਿਆਂ ਘੋੜਿਆਂ ਸੇਵਾਵਾਂ ਕਰਦਾ ਫਿਰਦਾ। ਅੱਜ ਇਤਨੀ ਕਿਰਪਾ ਹੋ ਗਈ ਔਰ ਨਾਲ ਨਾਲ ਬਸ ਇੱਕੋ ਰੱਟ ਲਾ ਕੇ ਰੱਖਦਾ। ਪੜੀਏ ਪ੍ਰੇਮ ਨਾਲ। ਬਈ ਜਦੋਂ ਨਜ਼ਰ ਗੁਰਾਂ ਨੇ ਮਾਰੀ, ਲੋਹੇ ਤੋਂ ਮੈਂ ਲਾਲ, ਜਦੋਂ ਨਜ਼ਰ ਗੁਰਾਂ ਨੇ ਮੇਰੇ ਪਾਈ, ਜਦੋਂ ਨਜ਼ਰ ਗੁਰਾਂ ਨੇ ਮਾਰੀ, ਲੋਹੇ ਤੋਂ ਮੈਂ, ਜਦੋਂ ਨਜ਼ਰ ਗੁਰਾਂ ਨੇ ਮਾਰੀ, ਜਦੋਂ ਨਜ਼ਰ ਗੁਰਾਂ ਨੇ ਮਾਰੀ, ਨਜ਼ਰ ਗੁਰਾਂ ਨੇ ਮਾਰੀ, ਕੱਚੇ ਕਾਚੀ ਤੋਂ ਬਣ ਗਿਆ ਸੋਨਾ, ਗੁਰਾਂ ਦੇ ਮੈਂ ਚਰਨੀ ਲੱਗ, ਕੱਚੇ ਕਾਚੀ ਤੋਂ ਬਣ ਗਿਆ ਸੋਨਾ, ਗੁਰਾਂ ਦੇ ਮੈਂ ਸੰਗਤੇ। ਜੇ ਆਪਾਂ ਵੀ ਗੁਰਾਂ ਦੇ ਚਰਨ ਪਰਸ ਲਏ, ਆਪਾਂ ਵੀ ਲੋਹੇ ਤੋਂ ਲਾਲ ਹੋ ਜਾਵਾਂਗੇ। ਪਾਪੀ ਪੁਰਸ਼ ਤੋਂ ਭਗਤ ਬਣ ਜਾਵਾਂਗੇ। ਭਗਤ ਤੋਂ ਦੇਵਤਾ, ਸਾਧੂ ਸੰਤ, ਬ੍ਰਹਮ ਗਿਆਨੀ, ਤਤ ਬੇਤਾ ਬਣ ਜਾਵਾਂਗੇ। ਪਰ ਲੋੜ ਕੀ ਹੈ? ਲੋੜ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਬਚਨ ਕਮਾਉਣ ਦੀ। ਹੁਣ ਮਹਾਰਾਜ ਨੇ ਜੇ ਤੰਦਰੁਸਤ ਹੋ ਗਿਆ, ਹਲੇ ਸਾਥ ਨਹੀਂ ਛੱਡਿਆ। ਅੱਜ ਦਰਬਾਰ ਸਜਿਆ, ਮੰਜੀਆਂ ਬਖਸ਼ ਰਹੇ ਨੇ, ਕਿਰਪਾ ਕਰ ਰਹੇ ਨੇ। ਕਹਿੰਦੇ ਸੰਗਤ ਭਾਈ ਅਸੀਂ ਆਪਦਾ ਪੁੱਤਰ ਵਿਆਹੁਣਾ ਹੈ, ਕੋਈ ਹੈ ਜਿਹੜਾ ਆਪਦੀ ਧੀ ਦੇਵੇ? ਖੜਾ ਹੋ ਗਿਆ ਪੁਰਖ। ਮਹਾਰਾਜ ਆਪ ਜੀ ਦਾ ਸੇਵਕ ਹੈ। ਸਾਧ ਸੰਗਤ ਉੱਥੇ ਪ੍ਰੇਮੀ ਕੋੜੀ ਦੀ ਸ਼ਾਦੀ ਵੀ ਕੀਤੀ, ਉਹਨੂੰ ਮੰਜੀ ਵੀ ਬਖਸ਼ੀ। ਉਹ ਜਿਹਨੂੰ 100 ਲਾਂਬੇ ਮਿਲਦੇ, ਉਹਨੂੰ ਬ੍ਰਹਮ ਗਿਆਨੀ, ਸਾਧੂ ਸੰਤ ਮਹਾਤਮਾ ਬਣਾ ਕੇ ਰੱਖ ਦਿੱਤਾ। ਬੋਲੋ ਸਤਨਾਮ। ਉਹਨੂੰ ਸੰਤ ਬਣਾ ਕੇ ਰੱਖ ਦਿੱਤਾ। ਐਸੀ ਉਹਦੇ ਤੇ ਕਿਰਪਾ ਬਖਸ਼ਿਸ਼ ਰਹਿਮਤ ਹੋ ਗਈ। ਤਦੇ ਮਹਾਰਾਜ ਦੀ ਬਾਣੀ ਨੇ ਆਖਿਆ, ਤੂੰ ਬਦੀਆਂ ਛੱਡ ਦੇ ਇਨਸਾਨ, ਛੱਡ ਦੇ ਬਦੀਆਂ ਨੂੰ, ਛੱਡ ਦੇ ਤੇਰਾ ਬੇੜਾ
बीत जावेगा, और जे बेड़ा बीत गया बाजी हार जावेगा। पढ़िए वाहगुरू दी धारना उपरंत समा भी चाली चल गया। बदियां छड्ड काफला, बदियां छड्ड काफला, बदियां छड्ड काफला, बदियां छड्ड काफला। बाजी हार जाएगा तू ता बहुत पछताएगा। बाजी हार गज के बीबे राणे, तू ता बहुत पछतावेगा, जग तो खाली जावेगा। जित हार दी बाजी किते हार ना जावी, जित हार दी बाजी किते हार ना जावी, जित हार दी। जित के जामी बे जित के जामी, जित हार दी बाजी तू जित के जामी, जित हार दी बाजी। तू क्यों होया दिलगीर, तेनू लोहे वांगू पाउणगे, तेरे गल विच पैण जंजीर। बदियां छड्ड दे गाफला, बदियां छड्ड गाफला, छड्ड दे गाफला, बदियां बदियां छड्ड दे। बड़ा पछताउणा पै जूगा, 84 ਦਾ ਗੇੜ ਪੈ ਜੂਗਾ। ਸੋ ਆਪਾਂ ਸੋਝ ਹੀ ਲਈਏ ਉਹ ਗੁਰੂ ਅਮਰਦਾਸ ਮਹਾਰਾਜ ਦੀ ਐਸੀ ਉਪਮਾ, ਐਸੀ ਵਡਿਆਈ ਆਪਾਂ ਕਰ ਨਹੀਂ ਸਕਦੇ। ਸੋ ਪਿਆਰਿਓ, ਮਹਾਂਪੁਰਖਾਂ ਨੇ ਬੜਾ ਸੁਚੱਜਾ ਇਹ ਉਪਰਾਲਾ ਕੀਤਾ ਹੈ। ਸਾਰੇ ਨਗਰ ਨਿਵਾਸੀ ਤਥਾ ਪਟੜੀ ਫੇਰ ਇਲਾਕਾ ਸਾਰਾ ਹੀ ਮਹਾਂਪੁਰਖਾਂ ਦਾ ਵੱਧ ਚੜ ਕੇ ਸਹਿਯੋਗ ਦਿਓ। ਸਹਿਯੋਗ ਕੀ ਐਸੇ ਮਹਾਤਮਾ ਦੀ ਸ਼ਰਨ ਵਿੱਚ ਆ ਕੇ ਭਾਈ ਨਾਮ ਜਪੋ, ਬੇੜੇ ਪਾਰ ਹੋ ਜਾਣਗੇ। ਸੰਤ ਤੇ ਕਦੇ ਸ਼ੰਕਾ ਨਹੀਂ ਕਰੀਦਾ, ਸੰਤ ਤੇ ਨਾ ਸ਼ੰਕਾ ਨਹੀਂ ਕਦੇ ਵੀ ਕਰੀਦਾ। ਸੰਤ ਮਹਾਰਾਜ ਇੱਕ ਦਿਨ ਸਜੇ ਸਲਾਣੇ ਭੋਗ ਤੋਂ ਉਪਰੰਤ ਮਹਾਂਪੁਰਖਾਂ ਨੂੰ ਸੰਗਤ ਮਿਲਣ ਲੱਗੀ। ਕਹਿੰਦੇ ਮਹਾਂਪੁਰਖੋ ਸਾਡੇ ਘਰ ਚਰਨ ਪਾ ਦਿਓ। ਕਹਿੰਦੇ ਅਸੀਂ ਜਾਣੇ। ਖੜ ਜਾਓ ਜੀ, ਜਾਂਦੇ ਜਾਂਦੇ 1-2 ਮਿੰਟ। ਉਹ ਕਹਿੰਦੇ ਕੀ ਸਮਝਦਾ ਹੈ, तेरे जैसे हैं भाई। नहीं नहीं नहीं, संत शरीर नहीं, संत गुण है, संत ब्रह्म स्वरूप है, संत तेज प्रतापी है। जे तेरी भावना जे तन्ना पत्थरां चों पा सकदा है, आपां नूं तां महात्मा मिले होए ने जेड़े इधरों पार दी गल आपां नूं लिया के दिंदे ने। महापुरुषां दा सत्कार करना चाहिए। सो बड़ा सुचज्जा उपराला कीता है। संत महाराज दी इन्हां ते बड़ी अपार किरपा बख्शिश है।
ਸਾਧ ਸੰਗਤ ਜੀ, ਦਾਸ ਨੇ ਸੰਤ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਰਹਿ ਕੇ ਆਨੰਦ ਮਾਣਿਆ। ਉਹ ਸਮਾਂ ਉਹੀ ਹੈ, ਅੱਜ ਵੀ ਉਡੀਕ ਹੈ ਕਿ ਉਹ ਸਮਾਂ ਆਵੇ, ਕਿਉਂਕਿ ਕਈ ਦਫਾ ਬਚਨ ਯਾਦ ਆਉਂਦਾ ਹੈ। ਸੰਤ ਮਹਾਰਾਜ ਜਿਸ ਦਿਨ ਬਿਹੇੜ ਤੋਂ ਭੋਗ ਤੋਂ ਉਪਰੰਤ ਮਹਾਂਪੁਰਖ ਬਚਨ ਕਰਨ ਲੱਗੇ, ਸੰਗਤਾਂ ਨੂੰ ਮਿਲ ਰਹੇ ਸੀ, ਜਿਸ ਸਮੇਂ ਆਖਣ ਲੱਗੇ ਸਾਰੇ ਜਥੇ ਨੂੰ ਕੱਲੇ ਕੱਲੇ ਦਾ ਨਾਮ ਲੈ ਕੇ, ਕਹਿੰਦੇ ਸਿੰਘੋ ਅਸੀਂ ਹੁਣ ਜਾ ਰਹੇ ਹਾਂ, ਆਵਾਂਗੇ, ਤੁਸੀਂ ਕਥਾ ਕੀਰਤਨ ਦਾ ਪ੍ਰਵਾਹ ਪਾਠਾਂ ਦਾ ਜਾਰੀ ਰੱਖਣਾ, ਇਕੱਠੇ ਰਹੋਗੇ, ਚੜ੍ਹਦੀਆਂ ਕਲਾ ਹੋਣਗੀਆਂ, ਅਸੀਂ ਆ ਕੇ ਆਪ ਨੂੰ ਫੇਰ ਮੇਲ ਲਵਾਂਗੇ। ਆਪਦਿਆਂ ਨੂੰ ਨਾ ਮਿਲਾ ਲੈਂਦਾ ਹੁੰਦਾ, ਉਹ ਦੂਰ ਨਹੀਂ ਜਾਣ ਦਿੰਦਾ ਹੁੰਦਾ। ਸਾਧ ਸੰਗਤ ਉੱਥੇ ਹੁਣ ਬੁੱਧੀ ਕਿੱਥੇ ਕਿ ਮਹਾਰਾਜ ਦਾ ਰਿਸ਼ੀਕੇਸ਼ ਚੱਲੇ ਨੇ, ਕੀ ਪਤਾ ਪਿਆਰਾ ਕਿੱਥੇ ਜਾ ਰਿਹਾ ਹੈ। ਉਹ ਆਨੰਦ ਉਹੀ ਹੈ, ਜੇ ਬਚਨ ਹੈ ਤਾਂ ਉਹ ਆਪਦਿਆਂ ਨੂੰ ਇਉਂ ਗਲਬੱਕੜੀ ਦੇ ਵਿੱਚ ਲੈ ਵੀ ਲੈਣਗੇ। ਇਹ ਭਾਵਨਾ ਹੈ, ਇਹ ਸ਼ਰਧਾ ਹੈ। ਸੋ ਆਓ ਪਿਆਰਿਓ, ਬੜਾ ਸਮਾਂ ਆਪ ਜੀਆਂ ਨੇ ਇਸ ਸਤਖੰਡ ਕੀਰਤਨ ਦਰਬਾਰ ਦਾ ਆਨੰਦ ਮਾਣਿਆ ਹੈ। ਬੋਲਦਿਆਂ ਤੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਦਾਸ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਗੁਰਸਾਗਰ ਮਸਤੂਆਣਾ ਸਾਹਿਬ ਵਾਲਿਆਂ ਤੋਂ ਬਰਸਾਏ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦੇ ਪਾਵਨ ਸਥਾਨ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਮਿਆ, ਸੰਤ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ, ਅੱਜ ਬੜੀਆਂ ਸੇਵਾਵਾਂ, ਭਾਵੇਂ ਕਿਧਰੇ ਗੁਰਦੁਆਰੇ, ਮੰਦਰ, ਕੋਈ ਮਸਜਿਦ ਹੈ, ਵਿਦਿਆ ਦੇ ਅਦਾਰੇ ਨੇ, ਹਰ ਖੇਤਰ ਵਿੱਚ ਮਨੁੱਖਤਾ ਦੀ ਭਲਾਈ ਦੇ ਵਿੱਚ ਮਹਾਂਪੁਰਸ਼ ਲੱਗੇ ਹੋਏ ਨੇ, ਦਿਨ ਪਰ ਰਾਤ ਇੱਕ ਕਰਕੇ। ਸੋ ਸਾਧ ਸੰਗਤ ਦੀ ਮਹਾਂਪੁਰਸ਼ਾਂ ਨੇ ਆਪ ਰੱਬ ਜੈਸੀਆਂ ਸੰਗਤਾਂ ਨੂੰ ਫਤਿਹ ਦੀ ਸਾਂਝ ਭੇਜੀ, ਆਪ ਜੀ ਨੇ ਪ੍ਰਵਾਨ ਕਰਨੀ। ਸਮਾਂ ਬਣੇਗਾ, ਸੰਤ ਮਹਾਰਾਜ ਵੀ ਆਪ ਜੀਆਂ ਦੇ ਦਰਸ਼ਨ ਸੰਗਤਾਂ ਦੇ ਜ਼ਰੂਰ ਇਸੇ ਤਰ੍ਹਾਂ ਕਰਨਗੇ। ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਔਗਣਾ ਨੂੰ ਨਾ ਚਿਤਾਰਦੇ ਹੋਏ ਆਪ ਜੀ ਨੇ ਬਖਸ਼ ਲੈਣਾ। ਹੁਣ ਹਾਂਜੀ, ਹੁਣ ਸਾਧ ਸੰਗਤ ਜੀ ਸਮਾਂ ਹੋ ਚੁੱਕਿਆ ਹੈ, ਆਪਾਂ ਸਮਾਪਤੀ ਦਾ ਸ਼ਲੋਕ ਪੜ੍ਹੀਏ। ਉਪਰੰਤ ਜਿਸ ਤਰ੍ਹਾਂ ਵੀ ਪ੍ਰੋਗਰਾਮ ਹੋਵੇਗਾ ਆਪ ਸਰਬਤ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਜਾਏਗਾ। ਹਰ ਜਸ ਗਾਲੇ ਨੀ ਨਿਮਾਣੀ ਜਿੰਦੇ ਮੇਰੀਏ, ਮਿਲ ਕੇ ਨਾਲ ਸਾਧੂਆਂ ਦੇ। ਹਰ ਜਸ ਗਾਲੇ ਨੀ ਨਿਮਾਣੀ ਜਿੰਦੇ ਮੇਰੀਏ, ਮਿਲ ਕੇ ਨਾਲ ਸਾਧੂਆਂ ਦੇ। ਹਰ ਜਸ ਹਰ ਜਸ ਗਾਲੇ ਨੀ ਨਿਮਾਣੀ ਜਿੰਦੇ ਮੇਰੀਏ, ਮਿਲ ਕੇ ਨਾਲ। ਹਰ ਜਸ ਗਾਲੇ ਨੀ ਨਿਮਾਣੀ ਜਿੰਦੇ ਮੇਰੀਏ, ਮਿਲ ਕੇ ਨਾਲ। ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹੱਤ ਦਿਵਸ। ਚੰਗਿਆਈਆਂ ਬੁਰਿਆਈਆਂ ਬਾਜੇ ਤਰਨ ਦੂਰ। ਜਿਨੀ ਨਾਮ ਧਿਆਇਆ ਵੇ ਮੁਸਕਤ ਕਾਲ, ਨਾਨਕ ਸੰਤ ਜਨਾ ਮਿਲ ਹਰ ਜਸ ਗਾਇਓ।